ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਮੈਂ ਹਰਮਨ ਥਿੰਦ ਤੇ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ, ਜ਼ਿੰਦਾਬਾਦ। ਵਾਹ, ਕੀ ਬਾਤ ਹੈ। ਤੇ ਮੌਸਮ ਕਿਵੇਂ ਹੈ? ਮੌਸਮ ਗਰਮ, ਬੜਾ ਗਰਮ, 40 ਡਿਗਰੀ ਤੋਂ ਉੱਤੇ ਦਾ ਤਾਪਮਾਨ। ਪਰ ਕਹਿੰਦੇ ਵੀ ਕੁਝ ਕੁ ਘੰਟੇ ਬਾਅਦ ਬਦਲੀ ਆਉਣੀ ਆ। ਕਹਿੰਦੇ ਆ ਵੀ ਮੀਂਹ ਪੈਣ ਦੀ ਸੰਭਾਵਨਾ, ਬਾਕੀ ਪਤਾ ਨਹੀਂ ਵੀ ਜੋ ਕਿਆ ਹੋਣਾ ਕਿ ਨਹੀਂ ਜੀ। ਪਰ ਕਹਿੰਦੇ ਹਿਮਾਚਲ ਦੇ ਵੱਲ ਕੁਝ ਇੱਕ ਥਾਵਾਂ ਦੇ ਉੱਪਰ ਤਾਂ ਕਾਫੀ ਮੀਂਹ ਪਿਆ, ਗੜੇਮਾਰੀ ਵੀ ਹੋਈ ਹੈ, ਉੱਥੇ ਮੌਸਮ ਕਾਫੀ ਠੰਡਾ ਹੋ ਗਿਆ, ਉੱਥੇ ਬਦਲ ਗਿਆ ਕਰਕੇ ਕਹਿੰਦੇ ਵੀ ਇਧਰਲੇ ਪਾਸੇ ਨੂੰ ਵੀ ਉਹ ਸਾਰਾ ਕੁਝ ਆ ਸਕਦਾ ਜੀ। ਇਸੇ ਕਰਕੇ ਹੀ ਆ, ਨਹੀਂ ਤਾਂ ਇਸ ਮਹੀਨੇ ਦੇ ਵਿੱਚ ਜਦੋਂ ਇੰਨਾ ਮੌਸਮ ਗਰਮ ਹੋਵੇ, ਜਦੋਂ ਲਗਾਤਾਰ ਤਿੱਖੜ ਗਰਮੀ ਅੱਗੇ ਤੋਂ ਅੱਗੇ ਵੱਧ ਰਹੀ ਹੋਵੇ, ਤੇ ਫਿਰ ਕਾਹਦਾ ਅਸੀਂ ਬੁੱਲੇ ਦੀ ਆਸ ਕਰਨੀ ਸੀ। ਬਿਲਕੁਲ ਸਹੀ ਗੱਲ ਹੈ। ਤੇ ਆਪਾਂ ਜੱਜ ਦੇ ਵਿਚਾਰ ਤੇ ਆਈਏ ਹੁਣ। ਆਉਣ ਦਿਓ, ਤੁਸੀਂ ਪਹਿਲਾਂ ਮੈਂ। ਹਾਂ, ਦੇਖੋ ਗੱਲ ਇਹ ਆ ਵੀ ਜਿਹੜਾ ਔਖਾ ਵੇਲਾ ਨਾ, ਵੈਸੇ ਹਿੰਦੀ ਦੇ ਵਿੱਚ ਸੀਗਾ, ਪਰ ਮੈਂ ਕਿਹਾ ਵੀ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦੇਣਾ, ਛੱਡਣਾ ਨਹੀਂ ਆਪਾਂ ਕਾਸੇ ਜੋਗਾ। ਉਹ ਇਹ ਅਸਲ ਦੇ ਵਿੱਚ ਕਿ ਜਿਹੜਾ ਹੁੰਦਾ ਨਾ ਔਖਾ ਵੇਲਾ ਜੀ, ਇਹ ਵੀ ਤੁਹਾਨੂੰ ਬਹੁਤ ਕੁਝ ਦੀ ਪਰਖ ਕਰਾਉਣ ਦੇ ਲਈ ਆਉਂਦਾ। ਆਪਣਿਆਂ ਦੇ ਵਿੱਚ ਛੁਪੇ ਗੈਰ ਤੇ ਗੈਰਾਂ ਦੇ ਵਿੱਚ ਲੁਕੇ ਆਪਣੇ, ਇਹ ਔਖੇ ਵੇਲੇ ਦੇ ਵਿੱਚ ਹੀ ਪਤਾ ਲੱਗਦਾ। ਇਸੇ ਕਰਕੇ ਤੁਹਾਡੇ ਉੱਤੇ ਔਖਾ ਵੇਲਾ ਆਉਂਦਾ ਜੀ। ਬਿਲਕੁਲ। ਤੇ ਜਦੋਂ ਕਹਿੰਦੇ ਆ ਨਾ ਵੀ ਜੇਕਰ ਸੌਖਾ ਵੇਲਾ ਬਹੁਤਾ ਚਿਰ ਨਹੀਂ ਟਿਕਦਾ ਤੇ ਔਖਾ ਵੀ ਨਹੀਂ ਟਿਕਦਾ, ਦਿਨ ਉਹ ਨਹੀਂ ਰਹੇ ਤੇ ਦਿਨ ਇਹ ਵੀ ਨਹੀਂ ਰਹਿਣੇ। ਬਿਲਕੁਲ ਸਹੀ ਗੱਲ ਹੈ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਸਾਂਝਾ ਕਰੀਏ। ਮੇਰੇ ਵਾਲਾ ਹਿੰਦੀ 'ਚ ਹੀ ਹੈ ਤੇ ਆਪਾਂ ਹਿੰਦੀ 'ਚ ਹੀ ਸੁਣਾਵਾਂਗੇ। मैं आज गणमान्य व्यक्तियों का हिंदी में विचार सुनूंगा। हाँ, आने दो। आए हाय, ਮੈਨੂੰ ਨਾ ਪੂਰੀ ਮਿੱਤਰੋ ਅੰਕਲ ਵਾਲੀ ਫੀਲਿੰਗ ਆਈ ਸੀ ਤੁਹਾਡੇ 'ਚ, ਜਿਵੇਂ ਤੁਸੀਂ ਬੋਲੇ ਆ ਨਾ, ਕਮਾਲ ਕਰ ਦਿੱਤੀ। ਅੱਛਾ, ਹਾਂ। ਤੇ ਹੁਣ ਮੈਂ ਚਾਹੀਦਾ ਦਾ ਵਿਚਾਰ ਸੁਣਾਉਣੀ ਆ। ਇਹ ਆਪਣੇ ਪਰਿਵਾਰਕ ਜੀ ਨੇ, ਸੰਦੀਪ ਮੁੰਗਰੀਆ ਜੀ, ਉਹਨਾਂ ਨੇ ਭੇਜਿਆ ਤੇ ਆਪਾਂ ਸਾਂਝਾ ਕਰਦੇ ਆ। ਕਹਿੰਦੇ मत बता मुझे मंदिर और मस्जिद के रसूख की कहानी। मत बता मुझे मंदिर और मस्जिद के रसूख की कहानी। मैं मजदूर हूँ, पता नहीं कितने अल्लाह और भगवान के घर इन हाथों ने बनाए। बहुत खूब, क्या बात है, वाह। ਭੁੱਖ ਤੋਂ ਵੱਡਾ ਮਸਲਾ ਕੋਈ ਨਹੀਂਗਾ ਤੇ ਰੋਟੀ ਨਾਲੋਂ ਵੱਡਾ ਧਰਮ ਕੋਈ ਨਹੀਂਗਾ। ਢਿੱਡ ਭਰਿਆ ਹੋਵੇ ਨਾ, ਬਾਕੀ ਗੱਲਾਂ ਵੀ ਫੇਰ ਚੰਗੀਆਂ ਲੱਗਦੀਆਂ। ਸਾਰੇ ਧਰਮਾਂ ਦਾ ਬਹੁਤ ਸਾਰਾ ਸਤਿਕਾਰ, ਜਿਹਦੀ ਜਿੱਥੇ ਆਸਥਾ ਜੁੜੀ ਆ ਉਹ ਉੱਥੇ ਜੁੜੀ ਰਵੇ, ਇਹਦੇ ਉੱਤੇ ਕੋਈ ਇਤਰਾਜ਼ ਨਹੀਂ। ਪਰ ਜਿਹੜੀ ਤੁਸੀਂ ਮਜ਼ਦੂਰ ਵਾਲੀ ਗੱਲ ਕੀਤੀ ਨਾ, ਬਸ ਰੁੱਗ ਭਰ ਕੇ ਲੈ ਗਿਆ। ਸ਼ੁਕਰੀਆ ਟਾਣਾ ਸਾਹਿਬ। ਪਰ ਮੈਨੂੰ ਲੱਗਦਾ ਵੀ ਕਿਸੇ ਨਾ ਕਿਸੇ ਨੇ ਕਹਿ ਦੇਣਾ ਵੀ ਫਲਾਣੇ ਧਰਮ ਦੀ ਗੱਲ ਤਾਂ ਕੀਤੀ ਨਹੀਂਗੀ। ਲੈ ਤੇ ਸ਼ਾਇਰ ਨੇ ਨਹੀਂ ਲਿਖੀ ਤੇ ਮੈਂ ਪੱਲਿਓਂ ਕਰ ਜਾਵਾਂ। ਤੁਸੀਂ ਕਰ ਦੇਣੀ ਸੀ, ਹਿਸਾਬ ਦਾ ਬਰਾਬਰ ਰੱਖੀਦਾ ਹੁੰਦਾ। ਇਹ ਕੀ ਪਤਾ ਵੀ ਕੌਣ ਕਹਿ ਦੇਵੇ, ਐਂ ਤਾਂ ਕਿਹਾ ਨਹੀਂ। ਇਹ ਗੱਲ ਹਰੇਕ ਧਾਰਮਿਕ ਥਾਂ, ਹਰੇਕ ਡੇਰੇ, ਹਰੇਕ ਪਾਸੇ ਲਾਗੂ ਹੁੰਦੀ ਹੈ। ਚਲੋ ਮੈਂ ਥੋੜਾ ਜਿਹਾ ਇਹਦੇ ਚ ਬਦਲਾਅ ਆਪਣੇ ਕੋਲੋਂ ਹੀ ਕਰ ਦਿੰਦੀ ਆ ਕਿ मत बता मुझे किसी भी धार्मिक स्थल के रसूख की कहानी, मैं मजदूर हूँ, पता नहीं कितने अल्लाह भगवान के घर इन हाथों ने बनाए हैं। बहुत खूब, कमाल करती। शुक्रिया, बस सिरे लाता जी। ਤੇ ਹੋਰ ਸੁਣਾਓ ਟਾਣਾ ਸਾਹਿਬ। ਮੈਂ ਤਾਂ ਠੀਕ ਆ, ਜ਼ਿੰਦਗੀ ਵਧੀਆ ਚੱਲੀ ਜਾਂਦੀ ਹੈ। ਵਧੀਆ ਹਾਲੇ ਤੱਕ। ਆਲੇ ਦੁਆਲੇ ਜਿੱਦਾਂ ਦੇ ਸੁਨੇਹੇ ਆਉਂਦੇ ਨੇ, ਜਿਵੇਂ ਦੀਆਂ ਖਬਰਾਂ ਆ ਰਹੀਆਂ ਨੇ, ਜੋ ਕੁਝ ਆਪਾਂ ਅਖਬਾਰਾਂ ਦੇ ਵਿੱਚ ਪੜ੍ਹਦੇ ਆ, ਉਹਦੇ ਨਾਲ ਕਿਤੇ ਨਾ ਕਿਤੇ ਤਾਂ ਥੋੜਾ ਜਿਹਾ ਉਦਾਸੀ ਵਾਲਾ, ਥੋੜਾ ਜਿਹਾ ਚਿੰਤਾ ਵਾਲਾ ਮਾਹੌਲ ਬਣਿਆ ਹੋਣਾ। ਉਹਦਾ ਕਾਰਨ ਇਹ ਆ ਵੀ ਨਾ ਪੱਖੀ ਖਬਰਾਂ, ਜਿਹਨੂੰ ਕਹਿੰਦੇ ਨੈਗੇਟਿਵ ਨਿਊਜ਼, ਉਹ ਬਹੁਤ ਜ਼ਿਆਦਾ ਆਉਂਦੀਆਂ ਤੇ ਪੋਜ਼ਿਟਿਵ ਯਾਨੀ ਕਿ ਸਕਾਰਾਤਮਕ ਖਬਰਾਂ ਲੱਭਣ ਦੇ ਲਈ ਮਿਹਨਤ ਕਰਨੀ ਪੈਂਦੀ ਹੈ। ਕਈ ਸੱਜਣ ਇਹ ਵੀ ਸੋਚਦੇ ਹੋਣਗੇ ਵੀ ਯਾਰ ਹਰ ਗੱਲ ਭਾਰਤ ਦੇ ਵਿੱਚੋਂ ਨਾ ਪੱਖੀ ਨਿਕਲਦੀ ਆ, ਕਰੀਏ ਕੀ, ਚਿੱਤ ਨਹੀਂ ਕਰਦਾ ਜੀ ਕਰਦਾ ਵੀ ਐਂ ਕਹੀਏ ਵੀ ਭਾਰਤ ਦੇ ਵਿੱਚ ਸਭ ਕੁਝ ਚੰਗਾ। ਭਾਰਤ ਦੀਆਂ ਸਰਕਾਰਾਂ ਨੇ ਕਮਾਲ ਕਰਤੀ, ਭਾਰਤ ਦੇ ਲੋਕਾਂ ਨੇ ਕਮਾਲ ਕਰਤੀ, ਭਾਰਤ ਦੇ ਵਿੱਚ ਕੱਖ ਵੀ ਨਹੀਂ ਮਾੜਾ। ਭਾਰਤ ਦੀਆਂ ਸਰਕਾਰਾਂ ਨੇ ਪ੍ਰਬੰਧ ਇੰਨੇ ਮਾੜੇ ਕਰਤੇ ਆ, ਆਮ ਲੋਕ ਗੈਰ ਜ਼ਿੰਮੇਵਾਰ ਇੰਨੇ ਹੋ ਗਏ ਆ ਵੀ ਜਿਹਦੇ ਕਰਕੇ ਨਾ ਪੱਖੀ ਖਬਰਾਂ ਲੋੜ ਤੋਂ ਵੱਧ ਸਾਹਮਣੇ ਆਉਂਦੀਆਂ। ਨਾਲੇ ਅਸੀਂ ਤਾਂ ਹਮੇਸ਼ਾ ਟਾਣਾ ਸਾਹਿਬ ਇਹ ਕਹਿੰਦੇ ਆ ਕਿ ਸਾਨੂੰ ਹਾਂ ਪੱਖੀ ਖਬਰਾਂ ਭੇਜੋ। ਅਸੀਂ ਇੱਥੇ ਜੇਕਰ ਤੁਹਾਡੇ ਭੇਜੇ ਹੋਏ ਚਾਹੀਦੇ ਵਿਚਾਰ ਸਾਂਝੇ ਕਰਦੇ ਆ ਤੇ ਹਾਂ ਪੱਖੀ ਖਬਰਾਂ ਵੀ ਸਾਂਝੀਆਂ ਕਰਾਂਗੇ। ਕੀ ਕਰੀਏ, ਕਿਤੋਂ ਵੀ ਹਾਂ ਪੱਖੀ ਖਬਰ ਜਿਹੜੀ ਉਹ ਬਹੁਤ ਘੱਟ, ਬਹੁਤ ਹੀ ਜ਼ਿਆਦਾ ਘੱਟ ਵੇਖਣ ਨੂੰ ਮਿਲਦੀ ਹੈ। ਹਰ ਪਾਸੇ ਸਿਰਫ ਇਸ ਵੇਲੇ ਨਾ ਪੱਖੀ ਖਬਰਾਂ ਜਿਹੜੀਆਂ ਮੈਨੂੰ ਅੱਜ ਇੱਕ ਸੱਜਣ ਨੇ ਨਾ ਕੁਝ ਸਤਰਾਂ ਭੇਜੀਆਂ, ਕਹਿੰਦਾ ਦੇਖੋ ਬਈ ਜੇ ਕਿਸੇ ਦੇ ਜ਼ਖਮ ਹੋ ਜੇ ਤਾਂ ਅਲਕੋਹਲ ਦੀ ਵਰਤੋਂ ਕਰੋ। ਆਹ ਕਹਿੰਦੇ ਵੀ ਹੁਣ ਹੱਥ ਧੋਣੇ ਆ ਕਰੋਨਾ ਭਜਾਉਣ ਦੇ ਲਈ ਤਾਂ ਅਲਕੋਹਲ ਦੀ ਵਰਤੋਂ ਕਰੋ। ਜੇ ਕਿਤੇ ਖੁਸ਼ੀ ਦਾ ਮੌਕਾ ਆ ਗਿਆ ਤਾਂ ਅਲਕੋਹਲ ਦੀ ਵਰਤੋਂ ਕਰੋ। ਸਹੇਲੀ ਛੱਡ ਗਈ ਤਾਂ ਅਲਕੋਹਲ ਦੀ ਵਰਤੋਂ ਕਰਨ ਲੱਗ ਜਾਂਦੇ ਆ। ਤਣਾਅ ਖਤਮ ਕਰਨਾ ਤਾਂ ਅਲਕੋਹਲ ਦੀ ਵਰਤੋਂ ਕਰੋ। ਵੋਟਾਂ ਪੈਣੀਆਂ ਤਾਂ ਅਲਕੋਹਲ ਦੀ ਵਰਤੋਂ ਹੁੰਦੀ ਆ। ਭੰਗੜੇ ਪਾਉਣੇ ਆ ਤਾਂ ਅਲਕੋਹਲ ਦੀ ਵਰਤੋਂ ਹੁੰਦੀ ਆ। ਉਹ ਕਹਿੰਦਾ ਹੇ ਭਗਵਾਨ, ਕਿਤੇ ਅਸੀਂ ਹੀ ਸਹੀ ਤੇ ਗਲਤ ਨੂੰ ਪਛਾਣਨ ਦੇ ਵਿੱਚ ਦੇਰੀ ਤਾਂ ਨਹੀਂ ਕਰ ਗਏ। ਕਿਤੇ ਅਸੀਂ ਜਿਹੜੀ ਚੀਜ਼ ਨੂੰ ਗਲਤ ਕਹਿੰਦੇ ਰਹੇ ਹਾਂ ਉਹ ਸਹੀ ਹੈ, ਜਿਹਨੂੰ ਸਹੀ ਕਹਿੰਦੇ ਰਹੇ ਉਹ ਗਲਤ ਨਿਕਲੀ। ਦੇਖੋ ਹਾਲਾਤ ਤਾਂ ਇਹੀ ਹੈ ਵਾਕਈ ਟਾਣਾ ਸਾਹਿਬ। ਹੁਣ ਤਾਂ ਮਜਬੂਰੀ ਵਸ ਕੈਪਟਨ ਸਰਕਾਰ ਨੇ ਕਹਿਤਾ ਵੀ 15 ਮਈ ਤੱਕ ਬੰਦ ਰਹਿਣਗੇ ਠੇਕੇ, ਨਹੀਂ ਤਾਂ ਅੰਦਰ ਖਾਤੇ ਦਾ ਸਭ ਕੁਝ ਚੱਲ ਰਿਹਾ ਸੀ।
15 ਮਈ ਤੱਕ 15 ਮਈ ਤੱਕ ਮਿੰਟ ਮੁੰਟ ਕੋਈ ਨਹੀਂ। ਹਾਂ ਮੈਨੂੰ ਤਾਂ ਲੱਗਦਾ ਵੀ ਜਦੋਂ ਸਰਕਾਰਾਂ ਬਚਾਉਣ ਦੇ ਲਈ ਵੀ ਠੇਕਿਆਂ ਦਾ ਬਹੁਤ ਵੱਡਾ ਯੋਗਦਾਨ ਆ, ਇਹ ਛੋਟੀ ਮੋਟੀ ਕੁਰਬਾਨੀ ਨਹੀਂ ਆ। ਬਿਲਕੁਲ ਇਹ ਕੁਰਬਾਨੀ ਤਾਂ ਕਮਾਲ ਕਰ ਗਈ ਆ। ਬਿਲਕੁਲ ਇਹ ਇੱਕ ਵੱਖਰੀ ਗੱਲ ਆ ਵੀ ਆਮ ਲੋਕਾਂ ਨੂੰ ਪੁਲਿਸ ਰੋਕਦੀ ਤੇ ਟੋਕਦੀ ਆ, ਚਲਾਨ ਕੱਟਦੀ ਆ, ਪਰ ਉਹ ਪਿੱਠ ਜੀ ਘੁਮਾ ਲੈਂਦੀ ਜਿੱਧਰ ਠੇਕਾ ਹੁੰਦਾ ਨਾ ਵੀ ਸਾਨੂੰ ਤਾਂ ਇੱਧਰ ਕੁਝ ਦਿਸਦਾ ਹੀ ਨਹੀਂਗਾ। ਬੰਦਾ ਕਹਿੰਦਾ ਉਧਰ ਨੂੰ ਝਾਤ ਮਾਰ ਕਹਿੰਦਾ ਤੁਸੀਂ 2 ਜਣੇ ਬੈਠੇ ਆ, ਕੱਲੇ ਦੀ ਗੱਲ ਹੋਈ ਸੀ, ਮੋਟਰਸਾਈਕਲ ਤੇ ਦੋਕਾ ਤੋਂ ਉਹਨੂੰ ਅਸੀਂ ਆਪੇ ਦੇਖ ਲਾਂਗੇ ਹੱਥ ਨੇ। ਜੱਜ ਦਾ ਵਿਚਾਰ। ਹਰਮਨ ਜੀ, ਬੰਦੇ ਨੂੰ ਨਾ ਤੋਲ ਕੇ ਬੋਲਣਾ ਚਾਹੀਦਾ, ਸੱਭਿਅਕ ਸ਼ਬਦਾਵਲੀ ਹੋਣੀ ਚਾਹੀਦੀ ਹੈ, ਨਜ਼ਾਕਤ ਦਾ ਪਤਾ ਹੋਣਾ ਚਾਹੀਦਾ। ਹੁਣ ਜੇ ਤੁਹਾਨੂੰ ਕਰੇ ਏ ਹਰਮਨ, ਏ ਚੱਜ ਦੇ ਵਿਚਾਰ ਵਾਲੀ ਹਰਮਨ, ਏ ਹਰਮਨ ਥਿੰਦ, ਏ ਥਿੰਦ, ਤੇ ਮੈਂ ਜ਼ੋਰ ਦੀ ਨਹੀਂ ਮਾਰੂੰਗੀ, ਇੱਕ ਕਸੁੰਨ। ਹਾਂ ਤੁਸੀਂ ਮਾਰੋਗੇ ਜ਼ੋਰ ਦੇਣੇ ਕਸੁੰਨ ਜੀ। ਜਿਨ੍ਹਾਂ ਨੇ ਇਹ ਗੱਲ ਕਹੀ ਪੱਛਮੀ ਬੰਗਾਲ ਦੇ ਵਿੱਚ ਜਾ ਕੇ ਲੋਕਾਂ ਨੇ ਜ਼ੋਰ ਦੀ ਬਟਨ ਨੱਪ ਕੇ ਚੀਕਾਂ ਕਢਾਤੀਆਂ ਉਹਨਾਂ ਦੀਆਂ। ਬਿਲਕੁਲ ਕਢਾਈਆਂ ਨੇ। ਦੇਖੋ ਕਿਤੇ ਵੀ ਮੈਂ ਇਹ ਨਹੀਂ ਕਹਿੰਦੀ ਕਿ ਮੋਰੇ ਔਰਤ ਸੀ, ਮੈਂ ਸਿਰਫ ਤਾਂ ਕਹਿ ਰਹੀ ਹਾਂ, ਪਰ ਫਿਰ ਵੀ ਕਿਤੇ ਵੀ ਕਿਸੇ, ਚਾਹੇ ਕੋਈ ਮਰਦ ਹੋਏ, ਬੱਚਾ ਹੋਏ, ਔਰਤ ਹੋਏ, ਜੇਕਰ ਤੁਸੀਂ ਅਸਭਿਅਕ ਸ਼ਬਦਾਵਲੀ ਦੀ ਵਰਤੋਂ ਕਰਦੇ ਹੋ ਤਾਂ ਇਹਦੇ ਨਾਲ ਤੁਹਾਡੀ ਆਪਣੇ ਵਿਅਕਤੀਤਵ ਦਾ ਇੱਕ ਕਹਿ ਲਓ ਵੀ ਬਹੁਤ ਵੱਡਾ ਇੱਕ ਜਿਹੜਾ ਕਹਿ ਲਓ ਸ਼ੀਸ਼ੇ ਦੀ ਤਰ੍ਹਾਂ ਤੁਹਾਡਾ ਵਿਅਕਤੀਤਵ ਜਿਹੜਾ ਉਹ ਸਾਹਮਣੇ ਆ ਜਾਂਦਾ ਹੈ। ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਸੋਚ, ਤੁਹਾਡਾ ਵਿਅਕਤੀਤਵ ਕਿੱਥੇ ਤੱਕ ਖੜਾ ਹੈ। ਕਿਸੇ ਇੱਕ ਬੰਦੇ ਦੇ ਲਈ ਗੱਲ ਨਹੀਂ ਹੈ, ਇਹ ਸਾਡੇ ਤੁਹਾਡੇ ਸਾਰਿਆਂ ਦੇ ਲਈ ਹੈ। ਹੁਣ ਕੀ ਕਰਗੇ ਪ੍ਰਧਾਨ ਮੰਤਰੀ ਸਾਹਿਬ ਤਿਰਛੀ ਟੋਪੀ ਵਾਲੀ ਟੋਪੀ ਲੈ ਕੇ ਤੇ ਉੱਥੇ ਪੱਛਮੀ ਬੰਗਾਲ ਚ ਕਰੇ ਏ ਦੀਦੀ ਦੀਦੀ 2 ਮਈ ਦੇ ਗਏ, ਦੀਦੀ ਗਈ। ਲੋਕਾਂ ਨੇ ਇਸ ਗੱਲ ਦਾ ਇੰਨਾ ਬੁਰਾ ਬਣਾਇਆ, ਉਹਨਾਂ ਨੇ ਕਿਹਾ ਵੀ ਸਾਡੇ ਸੂਬੇ ਦੀ ਮੁੱਖ ਮੰਤਰੀ ਨੂੰ ਇਦਾਂ ਦੀਆਂ ਟਿਚਰਾ, ਇਉਂ ਲੱਗਦਾ ਵੀ ਜਿਵੇਂ ਕੋਈ ਵਗੜੈਲ ਜੇ ਲੋਕ ਆ ਨਾ ਕਿਸੇ ਧੀ ਭੈਣ ਨੂੰ ਛੇੜਦੇ ਆ। ਚੰਗਾ ਨਹੀਂ ਲੱਗਿਆਗਾ ਲੋਕਾਂ ਨੂੰ, ਇਸ ਕਰਕੇ ਲੋਕਾਂ ਨੇ ਆਪਣਾ ਇਹ ਰੂਪ ਦਿਖਾਇਆ ਵੀ ਯਾਰ ਏਦਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਤੇ ਹੁਣ ਉਹਨਾਂ ਨੇ ਵਧਾਈ ਵੀ ਨਹੀਂ ਦਿੱਤੀ ਮਮਤਾ ਬੈਨਰਜੀ ਨੂੰ, ਹੁਣ ਵੀ ਕਹਿਣ ਹੇ ਦੀਦੀ ਜੀਤ ਗਈ ਓ। ਹੁਣ ਨਹੀਂ ਕਹਿੰਦੇ, ਕਿਹੜੇ ਮੂੰਹ ਨਾਲ ਵਧਾਈ ਦੇ ਦੇਣ ਟਾਣਾ ਸਾਹਿਬ, ਕਿਉਂਕਿ ਆਪਾਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਆਏ ਆ, ਜਦੋਂ ਤੋਂ ਇਹਨਾਂ ਵੋਟਾਂ ਦਾ ਐਲਾਨ ਹੋਇਆ ਸੀ ਉਦੋਂ ਤੋਂ, ਕਿ ਮੁੱਖ ਮੰਤਰੀ ਜਿਹੜਾ ਹੈ ਉਹਦਾ ਇੱਕ ਅਲੱਗ ਅਹੁਦਾ ਹੁੰਦਾ ਹੈ, ਪਰ ਪ੍ਰਧਾਨ ਮੰਤਰੀ ਪੂਰੇ ਮੁਲਕ ਦਾ ਹੁੰਦਾ ਹੈ। ਮੁੱਖ ਮੰਤਰੀ ਇੱਕ ਸੂਬੇ ਤੱਕ ਹੁੰਦਾ ਹੈ, ਪ੍ਰਧਾਨ ਮੰਤਰੀ ਪੂਰੇ ਮੁਲਕ ਦਾ ਹੁੰਦਾ ਹੈ। ਪਰ ਇਹ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਸੀ ਕਿ ਇੱਕ ਮੁੱਖ ਮੰਤਰੀ ਨੂੰ ਹਰਾਉਣ ਦੇ ਲਈ ਪ੍ਰਧਾਨ ਮੰਤਰੀ ਤੱਕ ਦਾ ਜ਼ੋਰ ਲੱਗਿਆ ਪਿਆ ਸੀ ਵੀ ਕਿਤੇ ਜਿੱਤ ਨਾ ਜਾਵੇ। ਸੋ ਹੁਣ ਜਦੋਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੋਂ ਵੱਡਾ ਹੋ ਕੇ ਨਿਕਲਿਆ, ਉਹ ਇੱਕਦਮ ਜਿੱਤ ਹਾਸਲ ਕਰਕੇ ਤੇ ਜਿੱਤ ਵੀ ਬਾਕਮਾਲ ਹਾਸਲ ਕਰਕੇ ਮੋਹਰੇ ਨਿਕਲਿਆ ਹੈ, ਤੇ ਫਿਰ ਹੁਣ ਕਿਹੜੇ ਮੂੰਹ ਨਾਲ ਵਧਾਈ ਦੇ ਦੇਣ? ਨਹੀਂ ਜਿਨ੍ਹਾਂ ਨੇ ਨਾ ਇਸ ਗੱਲ ਨੂੰ ਗੋਲ-ਮੋਲ ਕਰਨਾ, ਉਹ ਹਲੇ ਵੀ ਕਹੀ ਜਾਂਦੇ ਆ 2 ਸੀਟਾਂ ਸੀ ਸਾਡੇ ਕੋਲੇ, ਹੁਣ 75 76 ਹੋ ਗਈਆਂ, 77 ਹੋ ਗਈਆਂ। ਸਾਡੀ ਬਹੁਤ ਵੱਡੀ ਕਾਮਯਾਬੀ ਆ। ਪਹਿਲਾਂ ਕਹਿੰਦੇ ਸੀ ਵੀ 200 ਤੋਂ ਘੱਟ ਤਾਂ ਸਾਨੂੰ ਮਿਲਣੀਆਂ ਹੀ ਨਹੀਂ, ਬਸ ਜੀ ਕਹਿੰਦੇ ਤੁਰ ਕੇ ਜਾਊ ਮਮਤਾ ਬੈਨਰਜੀ, ਬਸ ਐਂ ਜਾਊ ਭੱਜੀ ਤੇ ਅਸਤੀਫਾ ਦੇ ਕੇ ਰਾਜਪਾਲ ਨੂੰ ਫੜਾ ਕੇ, ਤੇ ਲੱਭਣਾ ਹੀ ਨਹੀਂ। ਇਹ ਸਕੂਟਰੀ ਜਿਹੜੀ ਕਿ ਟੇਢੀ ਹੋਈ ਸੀ ਐਂ ਕਰਕੇ, ਇਸੇ ਸਕੂਟਰੀ ਦੇ ਉੱਤੇ ਉਹਨਾਂ ਨੇ ਫੁਰਰ ਹੋ ਜਾਣਾ। ਤੇ ਹੁਣ ਕੀ ਹੋਇਆ? ਹੁਣ ਕੋਈ ਬੋਲਦਾ ਨਹੀਂ ਇਸ ਮਾਮਲੇ ਦੇ ਉੱਤੇ, ਇਸ ਮੁੱਦੇ ਦੇ ਉੱਤੇ ਕੋਈ ਤਰਕ ਨਾਲ ਉਤਰ ਹੀ ਨਹੀਂ ਦਿੰਦਾ। ਸੋ ਜਦੋਂ ਵੀ ਆਪਾਂ ਕਿਸੇ ਥਾਂ ਤੇ ਹਾਰਦੇ ਆ, ਦੇਖੋ 2 ਪਹਿਲਵਾਨ ਜੇਕਰ ਘੁਲਦੇ ਆ, ਜਿੱਤਣਾ ਇੱਕ ਨਹੀਂ ਆ। ਪਰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਆ ਕਿ ਜਿਹੜਾ ਹਾਰਿਆ ਉਹ ਕਿਉਂ ਹਾਰਿਆ, ਉਹਦੀ ਤਾਕਤ ਕਿੱਥੇ ਘਟੀ ਆ, ਉਹਨੇ ਕਿਹੜੀਆਂ ਗਲਤੀਆਂ ਕੀਤੀਆਂ। ਜੇਕਰ ਇਸ ਵਕਤ ਦੇਸ਼ ਦੇ ਲੋਕਾਂ ਦੇ ਬਾਰੇ ਸੋਚਿਆ ਜਾਵੇ ਤਾਂ ਬਹੁਤ ਚੰਗੀ ਗੱਲ ਹੈ, ਜੇਕਰ ਨਹੀਂ ਸੋਚਿਆ ਜਾਂਦਾ ਤਾਂ ਨਤੀਜੇ ਚੰਗੇ ਤੋਂ ਉਲਟ ਆਉਣਗੇ। ਇੱਕ ਗੱਲ ਹੋਰ ਦੱਸਦਾ, ਆਪਾਂ ਪੱਛਮੀ ਬੰਗਾਲ ਦੀ ਗੱਲ ਕਰੀ ਜਾਂਦੇ ਆ, ਹੋਰ ਵੱਖ-ਵੱਖ ਸੂਬਿਆਂ ਦੀ ਕਰਦੇ ਆ। ਆ ਪੰਚਾਇਤੀ ਚੋਣਾਂ ਉੱਤਰ ਪ੍ਰਦੇਸ਼ ਦੇ ਵਿੱਚ ਹੋਈਆਂ, ਉੱਥੇ ਵੀ ਬੀਜੇਪੀ ਨੂੰ ਤਕੜੀ ਟੱਕਰ ਮਿਲੀ ਆ, ਕਿਉਂਕਿ ਆਮ ਤੌਰ ਦੇ ਉੱਤੇ ਪੰਚਾਇਤੀ ਚੋਣਾਂ, ਸਥਾਨਕ ਸਰਕਾਰਾਂ ਦੀਆਂ ਚੋਣਾਂ ਸੱਤਾਧਾਰੀ ਧਿਰ ਦੀ ਝੋਲੀ ਦੇ ਵਿੱਚ ਹੀ ਪੈਂਦੀਆਂ, ਪਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤਿੱਖੀ ਟੱਕਰ ਮਿਲੀ ਆ। ਜੇਕਰ ਯੂਪੀ ਦੇ ਪਿੰਡਾਂ ਦੇ ਵਿਚਲੀਆਂ ਵੋਟਾਂ ਉਹ ਇਸ ਤਰੀਕੇ ਦੇ ਨਾਲ ਬਦਲ ਸਕਦੀਆਂ, ਜੇਕਰ ਉੱਥੇ ਟੱਕਰ ਮਿਲ ਸਕਦੀ ਹੈ, ਤਾਂ ਇਹ ਦੇਖੋ ਵੀ ਆਉਂਦੇ ਸਾਲ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ, ਉਸ ਥਾਂ ਦੇ ਉੱਤੇ ਕੀ ਬਣੂਗਾ। ਦੇਖੋ ਗੱਲ ਤਾਂ ਉਹੀ ਹੈ ਨਾ ਟਾਣਾ ਸਾਹਿਬ, ਹੰਕਾਰ ਪਾਸੇ ਛੱਡਣਾ ਪੈਂਦਾ। ਜੇਕਰ ਤੁਸੀਂ ਵਾਕਈ ਆਪਣੀਆਂ ਅੱਖਾਂ ਖੋਲ ਕੇ ਵੇਖਣਾ ਹੈ ਤਾਂ ਇਹ ਹੰਕਾਰ ਵਾਲੀ ਐਨਕ ਲਾਉਣੀ ਪੈਂਦੀ ਹੈ, ਫਿਰ ਤੁਹਾਨੂੰ ਸਮਝ ਆਉਂਦਾ ਕਿ ਕੀ ਚੱਲ ਰਿਹਾ ਹੈ, ਕੀ ਹੋਣਾ ਚਾਹੀਦਾ, ਮੈਂ ਕਿੱਥੇ ਗਲਤ ਹਾਂ, ਕਿੱਥੇ ਮੈਨੂੰ ਸੁਧਾਰ ਦੀ ਲੋੜ ਹੈ। ਪਰ ਜੇ ਤੁਸੀਂ ਹੰਕਾਰ ਵਾਲੀਆਂ ਐਨਕਾਂ ਲਗਾਈ ਰੱਖੋਗੇ ਤਾਂ ਫਿਰ ਤੁਹਾਨੂੰ ਕੁਝ ਵੀ ਨਹੀਂ ਦਿਖੂਗਾ, ਤੇ ਇਸ ਤਰੀਕੇ ਨਾਲ ਗ੍ਰਾਫ ਜਿਹੜਾ ਉਹ ਡਿੱਗੂਗਾ ਹੀ ਡਿੱਗੂਗਾ। ਇਹ ਅੱਜ ਹਲੇ ਆਪਾਂ ਕੁਝ ਇੱਕ ਸੂਬਿਆਂ ਦੀ ਗੱਲ ਕਰ ਰਹੇ ਹਾਂ, ਹੌਲੀ ਜਿਵੇਂ ਵਕਤ ਜਿਹੜਾ ਅੱਗੇ ਲੰਘੂਗਾ, ਜੇਕਰ ਇਹ ਹੰਕਾਰ ਇਸੇ ਤਰੀਕੇ ਨਾਲ ਬਰਕਰਾਰ ਰਿਹਾ, ਜੇਕਰ ਲੋਕ ਇਸੇ ਤਰੀਕੇ ਨਾਲ ਤੰਗ ਪਰੇਸ਼ਾਨ ਹੁੰਦੇ ਰਹੇ, ਤੇ ਫਿਰ ਇਹ ਨਤੀਜੇ ਹੁਣ ਤੋਂ ਬਹੁਤ ਜ਼ਿਆਦਾ ਉਲਟੇ ਹੋਣਗੇ। ਜੇ ਕੱਲ ਨੂੰ ਕੋਈ ਹੋਰ ਨੇਤਾ ਉੱਠ ਕੇ ਗੱਲ ਕਵੇ, ਓਏ ਮੋਦੀ ਸਾਨੂੰ ਇਹ ਵੀ ਗੱਲ ਮਾੜੀ ਲੱਗੂਗੀ। ਕੱਲ ਨੂੰ ਕਵੇ ਓਏ ਯੋਗੀ
ਤੂੰ ਕੀ ਕਰਦਾ ਯੋਗੀ, ਸਾਨੂੰ ਇਹ ਵੀ ਗੱਲ ਮਾੜੀ ਲੱਗੂਗੀ। ਇਸ ਕਰਕੇ ਜਿਹੜੇ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ, ਉਹ ਸੱਭਿਅਕ ਸ਼ਬਦਾਵਲੀ ਵਰਤੋ ਤੇ ਤੁਹਾਡਾ ਪਤਾ ਲੱਗੇ ਵੀ ਤੁਸੀਂ ਕਿੰਨੇ ਗੂੜ ਗਿਆਨ ਦੇ ਮਾਲਕ ਆ, ਤੁਸੀਂ ਕਿੰਨੀ ਨਜ਼ਾਕਤ ਵਾਲੇ ਲੋਕ ਆ, ਤੁਹਾਡੇ ਕੋਲੇ ਸ਼ਬਦ ਭੰਡਾਰ ਕਿੰਨਾ ਵੱਡਾ, ਤੁਸੀਂ ਕਿੰਨੇ ਸੰਵੇਦਨਸ਼ੀਲ ਆ, ਤੁਸੀਂ ਕਿੰਨੇ ਤਰਕ ਦੇ ਨਾਲ ਗੱਲ ਕਰਦੇ ਹੋ, ਤੁਸੀਂ ਕਿੰਨੇ ਕੰਮ ਕੀਤੇ ਤੇ ਕਿੰਨੇ ਕੰਮ ਕਰਕੇ ਦਿਖਾਓਗੇ, ਤੇ ਤੁਸੀਂ ਕਿੰਨੇ ਪੜ੍ਹੇ ਲਿਖੇ ਹੋ। ਹਾਂ, ਜੱਜ ਦਾ ਵਿਚਾਰ। ਹਰਮਨ ਜੀ, ਵੱਖ-ਵੱਖ ਪਾਰਟੀਆਂ ਦੇ ਪ੍ਰਤੀ ਅੰਨੀ ਭਗਤੀ ਇਹੋ ਜਿਹੀ ਹੁੰਦੀ ਆ, ਭਾਵੇਂ ਮੇਰੇ ਵਰਗੇ ਨੂੰ ਕੱਖ ਨਾ ਮਿਲੇ ਉਸ ਪਾਰਟੀ ਤੋਂ, ਪਰ ਫਿਰ ਵੀ ਇੱਕ ਨਾ ਉਲਾਰਵਾਦੀ ਸੋਚ ਹੁੰਦੀ ਆ ਕਿ ਮੇਰੀ ਪਾਰਟੀ ਬੰਬ ਬੁਲਾਈ ਜਾਂਦੀ ਆ ਜੀ। ਇਹ ਬੰਦਾ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਚਲਾ ਜਾਵੇ, ਉਹ ਉਸ ਪਾਰਟੀ ਦੇ ਨਾਲ ਜੁੜਿਆ ਹੀ ਰਹਿੰਦਾ, ਭਾਵੇਂ ਕਿ ਜਿਹੜੇ ਦੇਸ਼ ਦੇ ਵਿੱਚੋਂ ਗਿਆ ਹੁੰਦਾ ਉਸ ਦੇਸ਼ ਦੀ ਰਾਜਨੀਤੀ ਬਿਲਕੁਲ ਵੱਖਰੀ ਹੁੰਦੀ ਆ। ਉਹਨਾਂ ਨੇ ਚੰਗਾ ਦੇਸ਼ ਸਿਰਜਿਆ, ਚੰਗਾ ਮਾਹੌਲ ਸਿਰਜਿਆ, ਅਸੀਂ ਵੀ ਤਾਂ ਹੀ ਜਾਂਦੇ ਆ ਨਾ, ਭਾਵੇਂ ਆਈਲੈਟਸ ਕਰਕੇ ਜਾਈਏ, ਭਾਵੇਂ ਪਰਿਵਾਰ ਸਮੇਤ ਜਾਈਏ, ਭਾਵੇਂ ਕੋਈ ਵੀ ਹੋਰ ਤਰੀਕਾ ਅਪਣਾਈਏ, ਅਸੀਂ ਤਾਂ ਬਾਹਰ ਨੂੰ ਭਜਦੇ ਆ ਨਾ। ਪਰ ਕਦੇ ਵੀ ਕਿਸੇ ਵੀ ਸੂਬੇ ਦੇ ਵਿਅਕਤੀ ਨੇ ਇਹ ਨਹੀਂ ਸੋਚਿਆ ਜਾਂ ਕਿਸੇ ਵੀ ਰਾਜਨੀਤਿਕ ਬੰਦੇ ਨੇ ਨਹੀਂ ਸੋਚਿਆ ਵੀ ਅਸੀਂ ਉਹਨਾਂ ਦੇਸ਼ਾਂ ਵਰਗਾ ਭਾਰਤ ਨੂੰ ਬਣਾ ਲਈਏ। ਬਿਲਕੁਲ ਸਹੀ। ਇੱਥੇ ਵੀ ਜੇਕਰ ਤਰਕ ਦੀ ਗੱਲ ਹੋਵੇ, ਇੱਥੇ ਵੀ ਜੇਕਰ ਕੰਮ ਕੀਤੇ ਜਾਣ, ਇੱਥੇ ਵੀ ਚਟਕਾਰੇ ਵਾਲੀ ਰਾਜਨੀਤੀ ਬੰਦ ਹੋਵੇ ਤਾਂ ਕਿੰਨਾ ਚੰਗਾ ਹੋਵੇ। ਪਰ ਨਾ ਅਸੀਂ ਬਾਹਰ ਬੈਠ ਕੇ ਸੋਚਦੇ, ਨਾ ਇੱਥੇ ਬੈਠ ਕੇ ਸੋਚਦੇ ਆ। ਕੁਝ ਕੁ ਲੋਕ ਇਦਾਂ ਦੇ ਹੈਗੇ ਆ। ਹਾਂ, ਹੁਣ ਮੈਂ ਖਬਰ ਪੜ੍ਹੀ ਤਾਮਿਲਨਾਡੂ ਤੋਂ, ਇੱਕ ਨਾ DMK ਦੀ ਬਹੁਤ ਵੱਡੀ ਪ੍ਰਸ਼ੰਸਕ ਔਰਤ ਆ, ਉਹਨੇ ਇਹ ਗੱਲ ਸੋਚੀ ਸੀ ਇੱਕ ਥਾਂ ਦੇ ਉੱਤੇ, ਧਾਰਮਿਕ ਥਾਂ ਤੇ ਜਾ ਕੇ ਉਹਨੇ ਸੁਖਣਾ ਸੁਖੀ ਵੀ ਜੇਕਰ DMK ਨੂੰ 2021 ਦੇ ਵਿੱਚ ਜਿੱਤ ਨਸੀਬ ਹੋ ਜੇ, ਮੈਂ ਆਪਦੀ ਜੀਭ ਵੱਢ ਕੇ ਨਾ ਫਲਾਣੀ ਧਾਰਮਿਕ ਥਾਂ ਦੇ ਉੱਤੇ ਚੜਾ ਦੂੰਗੀ। DMK ਦੀ ਜਿੱਤ ਹੋ ਗਈ ਜੀ, ਉਹਨੇ ਜੀਭ ਵੱਢੀ, ਧਾਰਮਿਕ ਥਾਂ ਤੇ ਪਹੁੰਚ ਗਈ। ਹੁਣ ਕਿਉਂਕਿ ਧਾਰਮਿਕ ਥਾਵਾਂ ਨੂੰ ਲੱਗੇ ਹੈਗੇ ਤਾਲੇ ਜੀ, ਆ ਕਰੋਨਾ ਮਹਾਮਾਰੀ ਕਰਕੇ ਕਈ ਥਾਵਾਂ ਤੇ ਇਹੋ ਜਿਹੀਆਂ ਖਬਰਾਂ ਹੁੰਦੀਆਂ ਤਾਮਿਲਨਾਡੂ 'ਚ ਲੱਗੇ ਆ, ਉਹ ਫਿਰ ਗੇਟ ਦੇ ਉੱਤੇ ਜੀਭ ਵੱਢ ਕੇ ਰੱਖਿਆ ਹੀ, ਪਰ ਉਹਦੇ ਮੂੰਹ ਦੇ ਵਿੱਚੋਂ ਖੂਨ ਬਹੁਤ ਵਹਿ ਗਿਆ, ਜਿਹਦੇ ਕਰਕੇ ਉਹਦੀ ਹਾਲਤ ਗੰਭੀਰ ਹੋ ਗਈ ਤੇ ਹੁਣ ਹਸਪਤਾਲ ਦੇ ਵਿੱਚ ਦਾਖਲ ਆ। ਇਹ ਵੀ ਭਾਰਤ ਦੇ ਵਿੱਚ ਹੀ ਆ। ਕਦੇ ਦੇਖਿਆ ਤੁਸੀਂ ਵੀ ਕੋਈ ਗੋਰਾ ਆਪਦੀ ਜੀਭ ਵੱਢਦਾ ਫਿਰਦਾ ਹੋਵੇ? ਨਾ ਨਾ ਨਾ। ਕਦੇ ਕੋਈ ਗੋਰਾ ਇਹ ਕਹਿੰਦਾ ਹੋਵੇ ਉਹ ਤਾਂ ਜਲੂਸ ਕੱਢ ਦਿਆਂਗੇ ਆਪਾਂ, ਉਹਦਾ ਚੱਬ ਕੱਢ ਦਿਆਂਗੇ, ਸਾਡੀ ਪਾਰਟੀ ਤਾਂ ਬਾਬੀ ਬੁਲਾ ਦਿੰਦੀ ਆ, ਸਾਡੀ ਪਾਰਟੀ ਨੇ ਜਦੋਂ ਮੁਫਤ 'ਚ ਮੈਨੂੰ ਆਹ ਚੀਜ਼ ਦਿੱਤੀ ਨਾ, ਫੇਰ ਵੇਖੀ। ਨਹੀਂ, ਪਰ ਟੈਣਾ ਸਾਹਿਬ ਠੀਕ ਹੈ, ਤੁਹਾਡੀ ਕਿਸੇ ਪ੍ਰਤੀ ਆਸਥਾ ਕਿਸੇ ਤਰੀਕੇ ਦੀ ਵੀ ਹੋ ਸਕਦੀ ਹੈ, ਤੁਸੀਂ ਕਿਸੇ ਵੀ ਪਾਰਟੀ ਦੇ ਪ੍ਰਸ਼ੰਸਕ ਹੋ ਸਕਦੇ ਹੋ, ਤੁਹਾਨੂੰ ਕੋਈ ਵੀ ਚੰਗਾ ਮਾੜਾ ਲੱਗ ਸਕਦਾ ਹੈ, ਇਹਦੇ 'ਚ ਕੋਈ ਵੀ ਦੋ ਰਾਏ ਨਹੀਂ। ਤੁਸੀਂ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਆਪਣੀ ਆਸਥਾ ਰੱਖ ਸਕਦੇ ਹੋ, ਇਹ ਤੁਹਾਡਾ ਨਿੱਜੀ ਮਸਲਾ ਹੈ, ਪਰ ਥੋੜਾ ਜਿਹਾ ਤਰਕ ਦੇ ਨਾਲ ਵੀ ਬੰਦੇ ਨੂੰ ਜਿਉਣਾ ਚਾਹੀਦਾ। ਹੁਣ ਮੈਂ ਵੀ ਖਬਰਾਂ ਪੜ੍ਹ ਰਹੀ ਸੀ, ਕਹਿੰਦੇ ਜਦੋਂ ਨੇ ਜੀਭ ਵੱਢੀ ਉਸ ਤੋਂ ਬਾਅਦ ਵਿੱਚ ਲੋਕਾਂ ਨੇ ਵੇਖਿਆ ਬਹੁਤ ਜ਼ਿਆਦਾ ਖੂਨ ਵਹਿ ਗਿਆ ਸੀ, ਜਿਸ ਤੋਂ ਬਾਅਦ ਉਹ ਔਰਤ ਬੇਹੋਸ਼ ਹੋ ਗਈ ਤੇ ਫਿਰ ਹਸਪਤਾਲ ਦਾਖਲ ਕਰਾਇਆ, ਹੈ ਨਾ। ਖੁਦਾ ਨਾ ਖਾਸਤਾ ਕੋਈ ਵੀ ਅਨਹੋਣੀ ਹੋ ਜਾਂਦੀ ਹੈ ਤੇ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ? ਜੈਲਲਤਾ ਦੀ ਮੌਤ ਹੋ ਗਈ ਜੀ। ਉਸ ਤੋਂ ਬਾਅਦ ਕਈ ਲੋਕਾਂ ਨੇ ਖੁਦਕੁਸ਼ੀ ਕੀਤੀ ਉਹਦੇ ਜਾਣ ਦੇ ਦੁੱਖ ਦੇ ਵਿੱਚ। ਕਦੇ ਕਿਸੇ ਦੇ ਘਰ ਦੇ ਵਿੱਚ ਕੋਈ ਆਟੇ ਦੀ ਥੈਲੀ ਦੇ ਕੇ ਆਇਆ, ਉਸ ਪਾਰਟੀ ਦੇ ਨੇਤਾ ਜਿਹੜੇ ਉਹ ਉਹਨਾਂ ਘਰਾਂ ਦੇ ਵਿੱਚ ਜਾ ਕੇ ਬਿਜਲੀ ਦਾ ਬਿੱਲ ਦੇ ਕੇ ਆਉਂਦੇ ਆ। ਮਤਲਬ ਇਹਨਾਂ ਨੇ ਕੱਖ ਨਹੀਂ ਦੇਣਾਗਾ, ਇਹ ਆਪਣਾ ਕੰਮ ਆਪ ਕਰਨਾ ਪੈਣਾ, ਆਪਦਾ ਅੱਗਾ ਆਪਦਾ ਪਿੱਛਾ ਆਪ ਸਵਾਰਨਾ ਪੈਣਾ। ਬਿਲਕੁਲ ਸਹੀ, ਬਿਲਕੁਲ। ਜਿਹੜੇ ਜਿੱਤ ਕੇ ਕੁਰਸੀ ਦੇ ਉੱਪਰ ਬੈਠ ਗਏ ਨੇ, ਉਹਨਾਂ ਨੇ ਆਪਣੇ ਭਵਿੱਖ ਬਾਰੇ ਸੋਚ ਕੇ ਫੈਸਲਾ ਲਿਆ ਨਾ, ਉਹ ਤਾਂ ਰਾਜਨੀਤੀ ਦੇ ਵਿੱਚ ਆਏ। ਤੇ ਅਸੀਂ ਆਪਣਾ ਭਵਿੱਖ ਇਸ ਤਰੀਕਾ ਹਨੇਰਾ ਦੇ ਵਿੱਚ ਕਿਉਂ ਪਾ ਰਹੇ ਹਾਂ? ਅਸੀਂ ਜੇਕਰ ਇਸ ਔਰਤ ਦੇ ਬੱਚੇ ਹੋਣਗੇ, ਨਿਆਣੇ ਨਿੱਕੇ ਹੋਣਗੇ, ਤੁਸੀਂ ਸੋਚੋ ਉਹਨਾਂ ਦੀ ਮਾਨਸਿਕਤਾ ਦੇ ਉੱਪਰ ਕੀ ਅਸਰ ਹੋਊਗਾ। ਕਿ ਖੁਦਾ ਨਾ ਖਾਸਤਾ ਕੋਈ ਵੀ ਅਣਹੋਣੀ ਹੋ ਜਾਂਦੀ ਹੈ ਤੇ ਫਿਰ ਇਸ ਔਰਤ ਦੇ ਬੱਚਿਆਂ ਨੂੰ ਕੋਈ ਹੋਰ ਪਾਲ ਲਊਗਾ? ਕਿ ਉਹ ਪਾਰਟੀ ਕਹੂਗੀ ਵੀ ਅਸੀਂ ਤੇਰੇ ਬੱਚਿਆਂ ਦੀ ਸਾਂਭ ਸੰਭਾਲ ਕਰਦੇ ਹਾਂ? ਕੋਈ ਨਹੀਂ ਪੁੱਛਦਾ ਹੁੰਦਾ। ਇਹ ਆਪਾਂ ਹਮੇਸ਼ਾ ਜਾਣਦੇ ਆ ਵੀ ਲੱਖ ਕਹਿੰਦੇ ਮਾਸੀਆਂ ਚਾਚੀਆਂ ਤਾਈਆਂ ਹੋਣ, ਪਰ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਇਸ ਔਰਤ ਨੇ, ਠੀਕ ਆ ਤੁਸੀਂ ਪ੍ਰਸ਼ੰਸਕ ਹੋ ਸਕਦੇ ਹੋ, ਪਰ ਆਹ ਕਿਹੜੀ ਗੱਲ ਹੋਈ ਵੀ ਜੀ ਵੀ ਵੱਢ ਕੇ ਤੁਸੀਂ ਕਿਤੇ ਵੀ ਚੜਾ ਦੋ? ਫਿਰ ਉਹੀ ਗੱਲ ਆ ਗਈ ਵੀ ਧਾਰਮਿਕ ਆਸਥਾ ਦੇ ਉੱਤੇ ਕੋਈ ਟਿੱਪਣੀ ਨਹੀਂ। ਪਰ ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ ਵੀ ਭਾਰਤ ਦੇ ਵਿੱਚ ਚੱਲੀ ਕੀ ਜਾਂਦਾ। ਨਾਲੇ ਸਭ ਤੋਂ ਵੱਡੀ ਚੀਜ਼ ਟੈਣਾ ਸਾਹਿਬ, ਇਹ ਧਾਰਮਿਕ ਆਸਥਾ ਇੱਕ ਬੰਨੇ ਹੈ, ਉਹਦੇ ਉੱਪਰ ਕੋਈ ਟਿੱਪਣੀ ਆਪਾਂ ਨਹੀਂ ਕਰ ਰਹੇ, ਪਰ ਰਾਜਨੀਤੀ ਦੇ ਮਗਰ ਲੱਗ ਕੇ ਧਾਰਮਿਕ ਆਸਥਾ ਦੇ ਉੱਪਰ ਤੁਸੀਂ ਇਸ ਤਰੀਕੇ ਦੇ ਨਾਲ ਕੰਮ ਕਰ ਰਹੇ ਹੋ, ਇਹ ਜ਼ਰੂਰ ਸਵਾਲ ਖੜੇ ਕਰ ਰਿਹਾ ਹੈ। ਕਿਉਂਕਿ ਰਾਜਨੀਤੀ ਦਾ ਪਾਰ ਕੋਈ ਨਹੀਂ ਪਾ ਸਕਦਾ। ਆਪਾਂ ਹਮੇਸ਼ਾ ਹੀ ਜਾਣਦੇ ਆ ਨਾ ਵੀ ਸਿਆਸਤ ਬਹੁਤ ਟੇਢੀ ਖੀਰ ਹੈ, ਹਰ ਕਿਸੇ ਨੂੰ ਪਚਦੀ ਨਹੀਂ। ਸੋ ਇਹਨਾਂ ਸਿਆਸਤਦਾਨਾਂ ਦੇ ਮਗਰ ਲੱਗ ਕੇ ਤੇ ਅਸੀਂ ਆਹ ਕੁਛ ਕਰੀਏ ਤੇ ਸਾਡੀ ਮੂਰਖਤਾ ਹੀ ਹੋਈ। ਫਿਰ ਬਿਲਕੁਲ ਜੀ, ਮੂਰਖਤਾ। ਤੇ ਹੈਰਾਨੀ ਇਸ ਗੱਲ ਦੀ ਵੀ ਹੈ ਵੀ ਭਾਰਤ ਤੇ ਕੁਝ ਹੋਰ ਥਾਵਾਂ ਹੋਣਗੀਆਂ ਜਿੱਥੇ ਕਿ ਧਰਮ ਦੇ ਨਾਂ ਦੇ ਉੱਤੇ ਚੋਣਾਂ ਲੜੀਆਂ ਜਾਂਦੀਆਂ, ਕਦੇ ਵਿਕਾਸ ਦੇ ਨਾਂ ਦੇ ਉੱਤੇ, ਮੁੱਦਿਆਂ ਦੇ ਨਾਂ ਦੇ ਉੱਤੇ ਚੋਣਾਂ ਨਹੀਂ ਲੜੀਆਂ ਜਾਂਦੀਆਂ। ਵਿਕਾਸ ਤਾਂ ਸਾਡੇ ਕੋਲੇ ਇੰਨਾ ਕੀ ਆ ਵੀ ਜਦੋਂ ਹੁਣ ਬਾਹਰਲੇ ਦੇਸ਼ਾਂ ਦੇ ਵਿੱਚੋਂ ਸਾਨੂੰ ਆਕਸੀਜਨ ਭੇਜੀ ਜਾਂਦੀ ਆ, ਉਹ ਕਹਿੰਦੇ ਵੀ ਭਾਈ ਹੁਣ ਦੱਸੋ ਕੋਈ ਹੋਰ ਸੇਵਾ, ਕਹਿੰਦੇ ਸਾਡੇ ਕੋਲੇ ਤਾਂ ਇਸ ਵਕਤ ਟੈਂਕਰ ਵੀ ਹੈ ਨਹੀਂ,
ਸਾਡੇ ਕੋਲੇ ਕੰਟੇਨਰ ਵੀ ਹੈ ਨਹੀਂ, ਸਾਡੇ ਕੋਲੇ ਸਿਲੰਡਰ ਵੀ ਹੈ ਨਹੀਂ। ਆਹ ਸਾਡਾ ਵਿਕਾਸ ਆ। ਇਸ ਮੁੱਦੇ ਦੇ ਉੱਤੇ ਚੋਣ ਲੜਨੀ ਚਾਹੀਦੀ ਵੀ ਅਸੀਂ ਕੀ ਵਿਕਾਸ ਕੀਤਾ, ਨਾ ਕਿ ਇਸ ਮੁੱਦੇ ਤੇ ਚੋਣ ਲੜਨੀ ਚਾਹੀਦੀ ਵੀ ਭਾਈ ਧਰਮ ਐ ਕਰ ਦਾਂਗੇ, ਇਧਰਲਾ ਧਰਮ ਇਉਂ ਹੋ ਜਾਊਗਾ, ਅਸੀਂ ਧਾਰਮਿਕ ਥਾਂ ਖੜੀ ਕਰ ਦਿਆਂਗੇ। ਪਰ ਗੱਲ ਇਹ ਆ ਨਾ ਟਾਣਾ ਸਾਹਿਬ, ਲੋਕ ਵੀ ਕਿਹੜਾ ਸਵਾਲ ਕਰਦੇ ਨੇ, ਲੋਕ ਇਹਨਾਂ ਗੱਲਾਂ 'ਚ ਹੀ ਖੁਸ਼ ਹੁੰਦੇ ਨੇ। ਲੋਕ ਇਹੀ ਗੱਲਾਂ ਸੁਣਨੀਆਂ ਚਾਹੁੰਦੇ ਨੇ ਤੇ ਉਹਨਾਂ ਨੂੰ ਇਹੀ ਗੱਲਾਂ ਸੁਣਾਈਆਂ ਜਾਂਦੀਆਂ ਨੇ। ਅੱਜ ਲੋਕ ਜਿਹੜੇ ਨੇ, ਆਪਾਂ ਚਾਹੇ ਕਹਿ ਰਹੇ ਆ ਵੀ ਪੂਰੇ ਭਾਰਤ ਦੇ ਵਿੱਚ ਇਸ ਵੇਲੇ ਹਾਲਾਤ ਵੇਖੋ ਕਿਹੋ ਜਿਹੇ ਹੋਏ ਨੇ, ਪਰ ਫਿਰ ਵੀ ਜਦੋਂ ਵੋਟਾਂ ਦਾ ਵੇਲਾ ਆਉਣਾ ਹੈ ਨਾ, ਸਾਡੇ ਲੋਕਾਂ ਨੇ ਉਦੋਂ ਇਹ ਸਾਰਾ ਕੁਝ ਭੁਲਾ ਬੈਠਣਾ ਹੈ। ਉਦੋਂ ਫਿਰ ਰਾਤੋਂ ਰਾਤ ਇਹੋ ਜਿਹਾ ਕੋਈ ਨਾ ਕੋਈ ਚਮਤਕਾਰ ਹੋਣਾ ਕਿ ਅਸੀਂ ਫਿਰ ਵੋਟਾਂ ਪਾਉਣੀਆਂ ਨੇ ਤੇ ਫਿਰ ਅਸੀਂ ਦੁਬਾਰਾ ਉਸੇ ਥਾਂ ਤੇ ਆ ਜਾਣਾ। ਅੱਜ ਮੇਰੀ ਕਿਸੇ ਸੱਜਣ ਨਾਲ ਗੱਲ ਚੱਲੇ, ਉਹ ਕਹਿੰਦੇ ਵੀ ਦੇਖੋ ਹੁਣ ਲੋਕ ਕਹਿੰਦੇ ਵੀ ਅਸੀਂ ਮਾਰੇ ਗਏ, ਲੁੱਟੇ ਗਏ, ਤਬਾਹ ਹੋ ਗਏ ਆ, ਹੁਣ ਅਸੀਂ ਕੀ ਕਰੀਏ, ਇਧਰੋਂ ਵੀ ਤੰਗ ਆ, ਇਧਰੋਂ ਵੀ ਤੰਗ ਆ, ਆਹ ਸਰਕਾਰ ਨੇ ਐਂ ਕਰਤਾ, ਇਧਰ ਐਂ ਕਰਤਾ, ਉਧਰ ਉਹ ਕਰਤਾ। ਪਰ ਕਹਿੰਦੇ ਵੀ ਜਦੋਂ ਵੋਟਾਂ ਨੇੜੇ ਆਉਣਗੀਆਂ ਨਾ, ਇਹਨਾਂ ਨੂੰ ਇੱਕ ਟੁਕੜਾ ਸੁੱਟਿਆ ਜਾਣਾ ਤੇ ਨਾਲ ਦੀ ਨਾਲ ਇਹਨਾਂ ਨੇ ਕਹਿਣਾ ਵੀ ਕਮਾਲ ਹੋ ਗਈ, ਲੋ ਜੀ ਫਿਰ ਉਧਰਲੇ ਪਾਸੇ ਨੂੰ ਡਾਰਾ ਮੰਨ ਕੇ ਤੁਰ ਪੈਣਗੇ। ਮਤਲਬ ਇਹ ਆ ਵੀ ਅਸੀਂ ਦੂਰ ਦ੍ਰਿਸ਼ਟੀ ਰੱਖਦੇ ਹੀ ਨਹੀਂ। ਸਾਡੇ ਨਾਲ ਲੰਘੇ ਵੇਲੇ ਦੇ ਵਿੱਚ ਕੀ ਕੁਝ ਹੋਇਆ ਤੇ ਸਾਡੇ ਨਾਲ ਭਵਿੱਖ ਦੇ ਵਿੱਚ ਕੀ ਕੁਝ ਹੋ ਸਕਦਾ, ਇਹਨੂੰ ਮਾੜਾ ਜਿਹਾ ਚੇਤੇ ਰੱਖਣਾ ਸ਼ੁਰੂ ਕਰ ਗਏ, ਮਾੜਾ ਜਿਹਾ ਇਸ ਗੱਲ ਦੇ ਵੱਲ ਸੋਚਣਾ ਵਿਚਾਰਨਾ ਸ਼ੁਰੂ ਕਰ ਗਏ। ਤੁਸੀਂ ਇੱਕ ਮੋਟੀ ਜੀ ਗੱਲ ਆ ਟਾਣਾ ਸਾਹਿਬ ਕਿ ਦੇਖੋ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਅੱਗੇ ਆ ਰਹੀਆਂ ਨੇ ਲੋਕਾਂ ਦੀ ਮਦਦ ਦੇ ਲਈ, ਬਹੁਤ ਸਾਰੇ ਲੋਕ ਆਪਣੀ ਵਿੱਤੀ ਪਹੁੰਚ ਦੇ ਹਿਸਾਬ ਦੇ ਨਾਲ ਅੱਗੇ ਆ ਰਹੇ ਨੇ, ਉਹ ਲੋਕਾਂ ਦੀ ਮਦਦ ਕਰ ਰਹੇ ਨੇ। ਕਈ ਗੁਰਦੁਆਰਿਆਂ ਦੇ ਵਿੱਚ ਇਸ ਵਕਤ ਆਕਸੀਜਨ ਦੇ ਸਿਲੰਡਰਾਂ ਦਾ ਲੰਗਰ ਲੱਗਾ, ਕਈ ਹਿੰਦੂ ਧਰਮ ਦੀਆਂ ਸੰਸਥਾਵਾਂ ਦੇ ਵੱਲੋਂ ਵੀ ਉਦਮ ਕੀਤੇ ਗਏ ਆ, ਮੁਸਲਮ ਭਾਈਚਾਰਾ ਵੀ ਅੱਗੇ ਆਇਆ, ਉਹਨਾਂ ਸਾਰਿਆਂ ਨੂੰ ਸਲਾਮ ਆ। ਪਰ ਕੀ ਇਹਦੇ ਵਿੱਚ ਕਿਸੇ ਇੱਕ ਵੀ ਰਾਜਨੀਤੀਵਾਨ ਦਾ ਨਾਂ ਹੈਗਾ? ਕਿਸੇ ਨੇ ਵੀ ਕਿਹਾ ਕਿ ਮੈਂ ਆਪਣੀ ਇਸ ਮਹੀਨੇ ਦੀ ਤਨਖਾਹ ਨਹੀਂ ਲੈਂਦਾ ਤੇ ਲੋਕਾਂ ਦੇ ਉੱਤੇ ਲਗਾ ਦਿੱਤੀ ਜਾਵੇ? ਕੀ ਕਿਸੇ ਨੇ ਵੀ ਕਿਹਾ ਕਿ ਮੈਂ ਆਪਣਾ ਪੈਸਾ ਜਿਹੜਾ ਉਹ ਡੋਨੇਟ ਕਰਦਾ ਲੋਕਾਂ ਨੂੰ ਸਿਲੰਡਰ ਲੈ ਕੇ ਦਿਓ ਯਾਰ ਆਕਸੀਜਨ ਦੇ, ਕਿਉਂਕਿ ਹੋਰ ਨਹੀਂ ਕੁਝ ਤਾਂ ਇਹਨਾਂ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਤੇ ਜੇ ਇਹੀ ਨਾ ਬਚੇ ਤਾਂ ਕੀ ਹੋਊਗਾ? ਕੋਈ ਨਹੀਂ ਅੱਗੇ ਆਇਆ। ਸੋ ਲੋਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੀ ਮੁਸ਼ਕਲ ਦੀ ਘੜੀ ਹੈ ਉਹਦੇ ਵਿੱਚ ਸਾਡੇ ਨਾਲ ਕੌਣ ਖੜਿਆ ਤੇ ਕੌਣ ਨਹੀਂ। ਬਿਲਕੁਲ ਜੱਜ ਦਾ ਵਿਚਾਰ। ਹਰਮਨ ਜੀ, ਹੁਣ ਤਾਂ ਹਾਲਾਤ ਇਹ ਬਣੇ ਪਏ ਆ ਵੀ ਕਰੋਨਾ ਦੇ ਨਾਲ ਹੋ ਰਹੀਆਂ ਜਿਹੜੀਆਂ ਮੌਤਾਂ, ਉਹਦੇ ਵਿੱਚ ਵੀ ਹੇਰਾ ਫੇਰੀ ਆ, ਉਹਦੇ ਵਿੱਚ ਵੀ ਬਹੁਤ ਵੱਡਾ ਕਾਲਾ ਮਾਲਾ ਕੀਤਾ ਜਾ ਰਿਹਾ ਤਾਂ ਜੋ ਸਰਕਾਰ ਲੋਕਾਂ ਤੱਕ ਇਹ ਸੁਨੇਹਾ ਪਹੁੰਚਾ ਸਕੇ ਵੀ ਮੌਤ ਦਰ ਤਾਂ ਬਹੁਤ ਥੋੜੀ ਆ, ਮਰਦੇ ਵੱਧ ਲੋਕਾਂ ਕਰੋਨਾ ਕਰਕੇ ਪਰ ਦਿਖਾਏ ਘਟ ਜਾ ਰਹੇ ਆ। ਹਸਪਤਾਲਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ, ਇਹੋ ਜੀ ਸੂਚਨਾ ਮਿਲੀ ਆ ਵੀ ਤੁਸੀਂ ਘੱਟ ਤੋਂ ਘੱਟ ਗਿਣਤੀ ਸ਼ੋਅ ਕਰਨੀ ਆ। ਤੁਸੀਂ ਹੋਰ ਪਾਸੇ ਪਾ ਦਿਓ ਵੀ ਭਾਈ ਦਿਲ ਦੇ ਦੌਰੇ ਨਾਲ ਮੌਤ ਹੋ ਗਈ ਤੇ ਇਹਦੇ ਕਰਕੇ ਮੌਤ ਹੋ ਗਈ। ਜੇਕਰ ਇਹ ਗੱਲ ਸਾਹਮਣੇ ਆਈ ਗਈ ਵੀ ਕਰੋਨਾ ਦੇ ਕਰਕੇ ਤਾਂ ਬੁਰਾ ਹਾਲ ਹੋ ਗਿਆ ਤੇ ਮੌਤਾਂ ਦੀ ਗਿਣਤੀ ਤਾਂ ਬੇਹੱਦ ਵੱਧ ਗਈ ਹੈ, ਉਹਦੇ ਨਾਲ ਸਰਕਾਰਾਂ ਦਾ ਅਕਸ ਖਰਾਬ ਹੁੰਦਾ। ਇਸ ਕਰਕੇ ਬਹੁਤ ਵੱਡਾ ਕਾਲਾ ਮਾਲਾ ਅੰਦਰੋਂ ਨਿਕਲ ਕੇ ਸਾਹਮਣੇ ਆਇਆ। ਹੁਣ ਹਰਿਆਣੇ ਦੀ ਸਰਕਾਰ ਆ ਜਿਹੜੀ, ਉਹ ਇਸ ਗੱਲ ਦੇ ਉੱਤੇ ਮਾਣ ਮਹਿਸੂਸ ਕਰਦੀ ਆ। ਵਾਰ-ਵਾਰ ਖੱਟੜ ਸਾਹਿਬ ਇਹ ਗੱਲ ਕਹਿੰਦੇ ਆ ਵੀ ਸਾਡੇ ਸੂਬੇ ਦੇ ਵਿੱਚ ਮੌਤ ਦਰ ਕਰੋਨਾ ਦੇ ਨਾਲ ਬਹੁਤ ਘੱਟ ਆ। ਸਾਡਾ ਸੂਬਾ ਉਹਨਾਂ ਸੂਬਿਆਂ ਦੇ ਵਿੱਚ ਸ਼ਾਮਿਲ ਹੈ ਜਿੱਥੇ ਮੌਤ ਦਰ ਬਹੁਤ ਥੋੜੀ ਆ। ਸਾਡੇ ਸੂਬੇ ਦੇ ਵਿੱਚ 0.9% ਦੀ ਮੌਤ ਦਰ ਆ, ਜਦ ਕਿ ਹਕੀਕਤਾਂ ਕੁਝ ਹੋਰ ਆ। ਅਪ੍ਰੈਲ ਮਹੀਨੇ ਦਾ ਜੇਕਰ ਅਸੀਂ ਅੰਕੜਾ ਦੇਖੀਏ ਹਰਿਆਣੇ ਦੇ ਵਿੱਚ ਕਰੋਨਾ ਨਾਲ ਮਰਨ ਵਾਲੇ ਲੋਕਾਂ ਦਾ, ਤਾਂ ਸਰਕਾਰੀ ਅੰਕੜਾ ਕਹਿੰਦਾ ਜੀ ਕਿ ਅਪ੍ਰੈਲ ਮਹੀਨੇ 'ਚ 1200 ਤੇ 25 ਲੋਕਾਂ ਦੀ ਮੌਤ ਹੋਈ ਆ ਪੂਰੇ ਹਰਿਆਣੇ ਦੇ ਵਿੱਚ ਕਰੋਨਾ ਦੇ ਕਰਕੇ। ਪਰ ਜਦੋਂ ਪੱਤਰਕਾਰਾਂ ਨੇ, ਜਦੋਂ ਵੱਖ-ਵੱਖ ਹੋਰ ਏਜੰਸੀਆਂ ਨੇ ਪੂਰੀ ਪੜਤਾਲ ਕੀਤੀ ਹਰਿਆਣੇ ਦੇ ਸ਼ਮਸ਼ਾਨ ਘਾਟਾਂ 'ਚ ਜਾ ਕੇ, ਜਿਹੜੇ ਕਰੋਨਾ ਪ੍ਰੋਟੋਕਾਲ ਦੇ ਮੁਤਾਬਕ ਸੰਸਕਾਰ ਕੀਤੇ ਗਏ ਆ, ਉਹ 3800 ਤੇ 14 ਲੋਕ ਨਿਕਲੇ ਆ। ਯਾਨੀ ਕਿ ਸੱਚੀ ਮੁੱਚੀ ਮੌਤ ਹੋਈ ਆ 3800 ਤੇ 14 ਲੋਕਾਂ ਦੀ ਅਪ੍ਰੈਲ ਮਹੀਨੇ ਦੇ ਵਿੱਚ, ਤੇ ਦਿਖਾਏ ਇਹਨਾਂ ਨੇ ਕਿੰਨੇ ਆ? 1200 ਤੇ ਕੁਛ ਜੀ। ਔਰ ਇਹ 3 ਗੁਣਾ ਵੱਧ ਅੰਕੜੇ ਨੇ ਜਿਹੜੇ ਅਸਲੀਅਤ ਦੇ ਵਿੱਚ ਹੈਗੇ ਨੇ। ਔਰ ਕੱਲੇ ਗੁਰੂਗ੍ਰਾਮ ਦੀ ਜੇ ਗੱਲ ਕਰੀਏ ਟਾਣਾ ਸਾਹਿਬ, ਕੱਲੇ ਗੁਰੂਗ੍ਰਾਮ 'ਚ 1350 ਮੌਤਾਂ ਜਿਹੜੀਆਂ ਕਰੋਨਾ ਕਰਕੇ ਹੋ ਚੁੱਕੀਆਂ ਨੇ। ਇਹਨਾਂ ਅੰਕੜਿਆਂ ਦੇ ਨਾਲ ਹੀ ਹੇਰਾਫੇਰੀ ਕੀਤੀ ਜਾ ਰਹੀ ਹੈ। ਬਹੁਤ ਸਾਰੀਆਂ ਖਬਰਾਂ ਇਹੋ ਜਿਹੀਆਂ ਵੀ ਮਿਲਦੀਆਂ ਵੀ ਜਿਹੜੇ ਨਿੱਜੀ ਹਸਪਤਾਲ ਆ, ਉਹਨਾਂ ਦੇ ਵਿੱਚੋਂ ਕਈ ਆ ਨਾ ਜਿਹੜੇ, ਉਹ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਆ ਤਾਂ ਪੈਸੇ ਟਕੇ ਲੈ ਕੇ ਉਹਦਾ ਕਾਰਨ ਹੀ ਬਦਲ ਦਿੰਦੇ ਆ। ਮੰਨ ਲਓ ਮੌਤ ਹੋਈ ਕਰੋਨਾ ਦੇ ਕਰਕੇ, ਤੇ ਜਿਹੜੇ ਸਰਦੇ ਪੁੱਛਦੇ ਉਹ ਕਹਿੰਦੇ ਨਹੀਂ ਯਾਰ ਤੁਸੀਂ ਕਾਗਜ਼ਾਂ ਦੇ ਵਿੱਚ ਹੀ ਲਿਖਣਾ, ਸਾਡੀ ਸਮਾਜ ਦੇ ਵਿੱਚ ਬਦਨਾਮੀ ਨਾ ਹੋਵੇ, ਲੋਕ ਸਾਡੇ ਕੋਲ ਦੂਰੀ ਨਾ ਕਿਤੇ ਬਣਾ ਕੇ ਰੱਖਣ। ਤੁਸੀਂ ਇਹਦੇ ਵਿੱਚ ਲਿਖ ਦਿਓ ਦਿਲ ਦਾ ਦੌਰਾ ਪੈ ਗਿਆ, ਤੁਸੀਂ ਲਿਖ ਦਿਓ ਜੀ ਕਿਡਨੀਆਂ ਖਰਾਬ ਸੀ, ਤੁਸੀਂ ਲਿਖ ਦਿਓ ਜੀ ਇਹਨੂੰ ਅਚਾਨਕ ਆਹ ਕਾਰਨ ਬਣ ਗਿਆ। ਇਹੋ ਜਿਹੇ ਤਰੀਕੇ ਦੇ ਨਾਲ ਵੀ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਸਰਕਾਰਾਂ ਨੇ ਜਿਹੜੀ ਗੱਲ ਕੀਤੀ ਹੈ ਇਹਦੇ ਉੱਤੇ ਵਾਰ-ਵਾਰ ਦੁੱਖ ਹੁੰਦਾ। ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ। ਕੈਥਲ ਦੇ ਵਿੱਚ ਇੱਕ 70 ਸਾਲ ਦੀ ਬਜ਼ੁਰਗ ਔਰਤ, ਉਹਨੂੰ ਕਰੋਨਾ ਹੋ ਗਿਆ। ਉਹਨੂੰ ਕੈਥਲ ਦੇ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਆਏ ਆ ਪਰਿਵਾਰ ਦੇ ਜੀ। ਉਹ ਜਦੋਂ ਦਾਖਲ ਕਰਵਾ ਗਏ, ਕਹਿੰਦੇ ਟੱਬਰ ਦੇ ਜੀਆਂ ਨੂੰ ਵੀ ਤੁਸੀਂ ਹੁਣ ਇਹਨੂੰ ਮਿਲ ਨਹੀਂ ਸਕਦੇ, ਅਸੀਂ ਆਪੇ ਇਲਾਜ ਸ਼ੁਰੂ ਕਰ ਦੇਣਾ। ਉਹਨਾਂ ਨੂੰ ਕਹਿੰਦੇ ਵੀ ਤੁਸੀਂ 2 ਦਿਨਾਂ ਬਾਅਦ 3 ਦਿਨਾਂ ਬਾਅਦ ਕੱਲ ਨੂੰ ਆਉਣਾ, ਕੱਲ ਨੂੰ ਆ ਜਾਓ, ਤੁਸੀਂ ਬਾਹਰੋਂ ਵੀਡੀਓ ਕਾਲ ਦੇ ਉੱਤੇ ਗੱਲ ਕਰਾਉਣੀ, ਅਸੀਂ ਕਿਹੜਾ ਤੁਹਾਨੂੰ ਮਿਲਾਉਣਾ। ਉਹ ਦੂਜੇ ਦਿਨ ਉੱਥੇ ਆਏ ਵੀ ਸਾਡੀ ਮਾਤਾ ਜੀ ਦਾ ਕੀ ਹਾਲ ਆ? ਕਹਿੰਦੇ ਮਾਤਾ ਜੀ ਤਾਂ ਮਰ ਗਈ। ਉਹ ਕਹਿੰਦੇ ਅਸੀਂ ਮਾਤਾ ਜੀ ਨੂੰ ਮਿਲਣ ਆਏ ਆ, ਕਹਿੰਦੇ ਉਹ ਤਾਂ ਮਰ ਗਈ, ਉਹ ਤਾਂ ਉਸੇ ਦਿਨ ਹੀ ਮਰ ਗਈ ਸੀ। ਕਹਿੰਦੇ ਵੀ ਸਾਨੂੰ ਡੈੱਡ ਬੋਡੀ ਦੇ ਦਿਓ, ਫਿਰ ਅਸੀਂ ਸੰਸਕਾਰ ਕਰ ਲਾਂਗੇ। ਕਹਿੰਦੇ ਕਰਤਾ, ਸੰਸਕਾਰ ਵੀ ਕਰਤਾ। ਉਸ ਤੋਂ ਬਾਅਦ ਟੱਬਰ ਦੇ ਜੀਆਂ ਨੇ ਪਾਇਆ ਰੌਲਾ, ਪ੍ਰਸ਼ਾਸਨ ਕੋਲੇ ਪਹੁੰਚ ਗਈ ਗੱਲ,
ਤੇ ਹਫੜਾ ਦਫੜੀ ਮਚ ਗਈ। ਬਾਅਦ ਦੇ ਵਿੱਚ ਹਸਪਤਾਲ ਦੇ ਪ੍ਰਬੰਧਕਾਂ ਨੇ ਕਾਗਜ਼ ਪੱਤਰ ਟਟੋਲੇ, ਕਾਗਜ਼ ਪੱਤਰ ਫਰੋਲੇ। 2 ਘੰਟਿਆਂ ਬਾਅਦ ਕਹਿੰਦੇ ਵੀ ਸੌਰੀ, ਅਸੀਂ ਭੁੱਲ ਗਏ ਸੀ, ਇਹ ਤਾਂ ਮੋਰਚਰੀ 'ਚ ਰੱਖੀ ਵੀ ਹੈ। ਇਹ ਕੀ ਗੱਲ ਹੋਈ? ਕਹਿੰਦੇ ਵੀ ਅਸੀਂ ਤਾਂ ਉਹ ਲਾਸ਼ ਹੈ ਨਾ ਜਿਹੜੀ ਉਹ ਮੋਰਚਰੀ ਚ ਲਾਤੀ ਸੀਗੀ, ਅਸੀਂ ਭੁੱਲ ਗਏ, ਸਾਡੇ ਕੋਲ ਰਿਕਾਰਡ ਉੱਤੇ ਥੱਲੇ ਹੋ ਗਿਆ, ਤੇ ਜੇਕਰ ਉਹ ਨਾ ਰੌਲਾ ਪਾਉਂਦੇ ਤੇ ਇਹਨਾਂ ਨੇ ਪਤਾ ਨਹੀਂ ਭੰਗਦੇ ਪਾਣੀ ਇਦਾਂ ਹੀ ਤੋੜ ਦੇਣੀ ਸੀ। ਪਤਾ ਨਹੀਂ ਟਾਣਾ ਸਾਹਿਬ, ਇਹ ਨਾ ਕੀ ਕੁਝ ਹੋ ਰਿਹਾ ਭਾਰਤ ਦੇ ਵਿੱਚ, ਔਰ ਇਹ ਕਿਸੇ ਇੱਕ ਸੂਬੇ ਦੀ ਗੱਲ ਨਹੀਂ। ਤੁਸੀਂ ਜਿੱਧਰ ਮਰਜ਼ੀ ਨਜ਼ਰ ਘੁਮਾ ਲਓ, ਆਪਾਂ ਹੀ ਉਦੋਂ ਖਬਰ ਸਾਂਝੀ ਕੀਤੀ ਸੀ ਜਿੱਥੇ ਲਾਸ਼ਾਂ ਜਿਹੜੀਆਂ ਆ ਉਹ ਅਦਲਾ ਬਦਲੀ ਹੋ ਗਈ ਸੀ। ਜਿਹੜੀ ਲਾਸ਼ ਜਿੱਥੇ ਜਾਣੀ ਸੀ ਉਹਦੀ ਥਾਂ ਤੇ ਦੂਜੀ ਲਾਸ਼ ਉੱਥੇ ਚਲ ਗਈ ਸੀ। ਇਹ ਪੰਜਾਬ ਦੇ ਵਿੱਚ ਹੋਇਆ ਸੀਗਾ। ਅੰਮ੍ਰਿਤਸਰ ਦੇ ਇੱਕ ਹਸਪਤਾਲ ਦੇ ਵਿੱਚ ਲਾਸ਼ਾਂ ਬਦਲੀਆਂ ਗਈਆਂ। ਬਿਲਕੁਲ ਸਹੀ। ਇੱਕ ਹੁਸ਼ਿਆਰਪੁਰ ਦੀ ਲਾਸ਼ ਆ, ਇੱਕ ਹੈਗੀ ਆ ਅੰਮ੍ਰਿਤਸਰ ਦੇ ਇੱਕ ਇਲਾਕੇ ਦੀ। ਉਹਨਾਂ ਅਸਲ ਦੇ ਵਿੱਚ ਇੱਕ ਔਰਤ ਤੇ ਇੱਕ ਮਰਦ ਦੀ ਜਿਹੜੀ ਮੌਤ ਹੋਈ ਸੀਗੀ ਕਰੋਨਾ ਦੇ ਕਰਕੇ ਪਿਛਲੇ ਵਾਰੇ। ਉਹ ਜਿਨ੍ਹਾਂ ਦੇ ਘਰੇ ਔਰਤ ਦੀ ਲਾਸ਼ ਆਉਣੀ ਸੀ ਉੱਥੇ ਮਰਦ ਦੀ ਆ ਗਈ, ਜਿਨ੍ਹਾਂ ਦੇ ਘਰੇ ਮਰਦ ਦੀ ਜਾਣੀ ਸੀ ਉੱਥੇ ਔਰਤ ਪਹੁੰਚ ਗਈ। ਹੁਣ ਜਦੋਂ ਹੁਸ਼ਿਆਰਪੁਰ ਵਾਲਿਆਂ ਨੇ ਦੇਖਿਆ, ਉਹਨਾਂ ਨੇ ਕਿਹਾ ਸੀ ਤਾਂ ਜੀ ਮੂੰਹ ਦੇਖ ਕੇ ਫਿਰ ਸੰਸਕਾਰ ਕਰਨਾ, ਉਹ ਬੁੜੀ ਦੇ ਥਾਂ ਦੇ ਉੱਤੇ ਬੰਦਾ ਨਿਕਲਿਆ। ਉਹਨਾਂ ਨੇ ਰੌਲਾ ਪਾ ਲਿਆ। ਬਾਅਦ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਕਹਿੰਦੇ ਵੀ ਆਪਾਂ ਉਹਨਾਂ ਦੇ ਘਰੇ ਜਾਣੇ ਜਿਹਦੇ ਨਾਲ ਬਦਲ ਗਈ ਲਾਸ਼। ਉਹ ਕਹਿੰਦੇ ਜੀ ਹੁਣ ਤਾਂ ਅਸੀਂ ਸੰਸਕਾਰ ਕਰਤਾ। ਉਹਨਾਂ ਨੇ ਬਿਨਾਂ ਮੂੰਹ ਦੇਖੇ ਸੰਸਕਾਰ ਕਰਤਾ ਸੀ। ਇਦਾਂ ਦੇ ਹਾਲਾਤ ਬਣੇ ਪਏ ਆ। ਜਲੂਸ ਭਾਰਤ ਦਾ ਇਹਨਾਂ ਗੱਲਾਂ ਕਰਕੇ ਨਿਕਲ ਰਿਹਾ, ਕੱਲੇ ਕਰੋਨਾ ਕਰਕੇ ਨਹੀਂ। ਸਮੱਸਿਆ ਆ ਗਈ, ਸਮੱਸਿਆ ਦਾ ਅਸੀਂ ਢੁਕਵਾਂ ਹੱਲ ਕੱਢੀਏ, 1.25 ਸਾਲ ਦੇ ਵਿੱਚ ਜਿਹੜਾ ਕਿ ਨਹੀਂ ਕੱਢਿਆ। ਪਰ ਜਲੂਸ ਇਹਨਾਂ ਗੱਲਾਂ ਕਰਕੇ ਨਿਕਲ ਰਿਹਾ ਵੀ ਭਾਰਤ ਦੇ ਵਿੱਚ ਹੁੰਦਾ ਕੀ ਹੈ। ਅਸਲ 'ਚ ਗੱਲ ਇਹ ਹੈ ਨਾ ਟਾਣਾ ਸਾਹਿਬ, ਕਰੋਨਾ ਤਾਂ ਹੋ ਹੀ ਰਿਹਾ, ਪਰ ਜਿਹੜਾ ਦਿਮਾਗਾਂ ਨੂੰ ਸੋਚ ਨੂੰ ਕਰੋਨਾ ਹੋਇਆ ਨਾ, ਉਹਦੀ ਤਾਂ ਕੋਈ ਵੈਕਸੀਨੇਸ਼ਨ ਵੀ ਹੈ ਨਹੀਂ, ਉਹਦਾ ਕੋਈ ਇਲਾਜ ਵੀ ਹੈ ਨਹੀਂ। ਇਹ ਤਾਂ ਸੱਚੀ ਜਿੰਨੇ ਵੀ ਥਾਵਾਂ ਤੇ ਵਿਗਿਆਨੀ ਜਿਹੜੇ ਆ ਉਹ ਰਿਸਰਚ ਕਰ ਰਹੇ ਨੇ ਨਾ, ਖੋਜ ਕਰ ਰਹੇ ਨੇ ਵੀ ਕਿਵੇਂ ਕਰੋਨਾ ਨੂੰ ਮਾਤ ਪਾਈਏ। ਉਹਨਾਂ ਨੂੰ ਪਹਿਲਾਂ ਖੋਜ ਕਰਨੀ ਚਾਹੀਦੀ ਹੈ ਵੀ ਦਿਮਾਗੀ ਕਰੋਨਾ ਕਿਵੇਂ ਠੀਕ ਹੋਵੇ, ਉਹਦੇ ਉੱਪਰ ਅਸੀਂ ਰਿਸਰਚ ਕਰੀਏ, ਕਿਉਂਕਿ ਇਸ ਤੋਂ ਭਿਆਨਕ ਬਿਮਾਰੀ ਹੋਰ ਕੋਈ ਵੀ ਨਹੀਂ ਹੈਗੀ। ਜਦੋਂ ਦਿਮਾਗ ਨੂੰ ਕਰੋਨਾ ਚੰਬੜ ਜਾਂਦਾ ਨਾ, ਇਹ ਤੋਂ ਭਿਆਨਕ ਬਿਮਾਰੀ ਹੋਰ ਕੋਈ ਨਹੀਂ ਹੈਗੀ। ਅਸੀਂ ਪਤਾ ਨਹੀਂ ਸਾਡੀਆਂ ਭਾਵਨਾਵਾਂ ਹੀ ਖਤਮ ਹੋ ਚੁੱਕੀਆਂ ਨੇ। ਅਸੀਂ ਇਹ ਸੋਚਦੇ ਹੀ ਨਹੀਂ ਵੀ ਕਿਸੇ ਪਰਿਵਾਰ ਦੇ ਉੱਪਰ ਕੀ ਬੀਤ ਰਹੀ ਹੋਊਗੀ, ਉਹਨਾਂ ਵਿਚਾਰਿਆਂ ਤੇ ਉਸ ਵੇਲੇ ਕੀ ਹਾਲਾਤ ਬਣੇ ਹੋਣਗੇ ਨਾ। ਅਸੀਂ ਤਾਂ ਖਿਡੌਣੇ ਹੀ ਬਣਾਤਾ ਲੋਕਾਂ ਨੂੰ ਸਾਡਾ ਜੀ। ਉਹਨਾਂ ਦੇ ਲਈ ਤਾਂ ਅਸੀਂ ਗਾਹਕ ਹੀ ਆ। ਬਿਲਕੁਲ ਸਾਡੇ ਟੱਬਰ ਦੇ ਜੀ ਮਰਨ ਜਾਂ ਬਚਣ, ਉਹਨਾਂ ਦੀਆਂ ਇਮਾਰਤਾਂ 3 ਤੋਂ 4, 4 ਤੋਂ 5, 5 ਤੋਂ 6 ਮੰਜ਼ਲੀ ਤਾਂ ਹੋਣਗੀਆਂ ਜੇਕਰ ਸਾਡੀਆਂ ਜੇਬਾਂ ਦੇ ਵਿੱਚ ਹੱਥ ਪਾ ਨੋਟ ਕੱਢੇ ਜਾਣਗੇ। ਮੇਰੀ ਮਾਤਾ ਜੀ ਕੁਝ ਮਹੀਨੇ ਪਹਿਲਾਂ ਬਿਮਾਰ ਹੋਏ ਜੀ। ਜਦੋਂ ਅਸੀਂ ਉੱਥੇ ਲੈ ਕੇ ਗਏ, ਸਭ ਤੋਂ ਪਹਿਲਾਂ ਕਹਿੰਦੇ ਜੀ ਕਰੋਨਾ ਟੈਸਟ ਕਰਾਂਗੇ। ਲੋ ਜੀ ਕਰੋਨਾ ਟੈਸਟ ਕਰ ਲਿਆ, ਨਾਲੇ ਇਸ ਹਸਪਤਾਲ ਦੇ ਵਿੱਚੋਂ ਇਸ ਵਾਰਡ ਦੇ ਵਿੱਚ ਸ਼ਿਫਟ ਕੀਤਾ, ਬਦਲਿਆ। ਕਹਿੰਦੇ ਜੀ ਪਹਿਲਾਂ ਅਸੀਂ ਕਰੋਨਾ ਟੈਸਟ ਕਰਾਂਗੇ। ਚਲੋ ਜੀ ਕਰ ਲਓ। ਪਹਿਲਾਂ ਹੀ ਕਹਿਤਾ ਜੀ 25,000 ਰੁਪਇਆ ਲੱਗੂਗਾ ਇੱਕ ਦਿਨ ਦਾ, 24 ਘੰਟਿਆਂ ਦਾ ਆਈਸੋਲੇਸ਼ਨ 'ਚ ਰੱਖਣ ਦਾ। ਤੇ ਕਹਿੰਦੇ ਤੀਜੇ ਦਿਨ ਰਿਪੋਰਟ ਆਊਗੀ। ਤੀਜੇ ਦਿਨ ਰਿਪੋਰਟ ਨੈਗੇਟਿਵ ਆਈ ਤਾਂ ਫਿਰ 75,000 ਰੁਪਇਆ ਅਸੀਂ ਉਦੋਂ ਤੱਕ ਦੇ ਚੁੱਕੇ ਸੀ। ਕਹਿੰਦੇ ਜੀ ਹੁਣ ਇਲਾਜ ਸ਼ੁਰੂ ਕਰਦੇ ਆ। ਜੇਕਰ ਇਸ ਸਮੇਂ ਦੇ ਵਿੱਚ ਮਰੀਜ਼ ਨੂੰ ਕੁਝ ਹੋ ਜੇ, ਜ਼ਿੰਮੇਵਾਰ ਕੌਣ ਜੀ? ਕੋਈ ਵੀ ਨਹੀਂ। ਫਿਰ ਕਹਿ ਦੇਣਗੇ ਵੀ ਲੈ ਜਾਓ। ਜੱਜ ਦਾ ਵਿਚਾਰ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਬਿਲਕੁਲ ਜੀ ਬਿਲਕੁਲ। ਟਾਣਾ ਸਾਹਿਬ ਅਮਰੀਕਾ ਦੀ ਗੱਲ ਕਰਦੇ ਹਾਂ। ਦੇਖੋ ਵੈਸੇ ਮੈਂ ਹਮੇਸ਼ਾ ਹੀ ਕਹਿੰਦੀ ਹੁੰਨੀ ਆ ਕਿ ਕੁਝ ਕੁ ਗੱਲਾਂ ਜਿਹੜੀਆਂ ਚੰਗੀਆਂ ਨੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾ ਲੈਣਾ ਚਾਹੀਦਾ, ਚਾਹੇ ਉਹ ਸਾਨੂੰ ਕਿਤੋਂ ਵੀ ਸਿੱਖਣ ਨੂੰ ਮਿਲਣ, ਹਨਾ। ਅਸੀਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਗੋਰਿਆਂ ਤੋਂ ਵੀ ਸਿੱਖ ਸਕਦੇ ਹਾਂ, ਆਪਣੀ ਜ਼ਿੰਦਗੀ ਜਿਉਣ ਦੇ ਤਰੀਕੇ ਵੀ ਸਿੱਖ ਸਕਦੇ ਹਾਂ। ਠੀਕ ਹੈ, ਬਾਕੀ ਸਾਡੇ ਉੱਪਰ ਆ ਕਿ ਅਸੀਂ ਕਿਸੇ ਚੀਜ਼ ਨੂੰ ਕਿਵੇਂ ਲੈਂਦੇ ਹਾਂ, ਹਨਾ। ਪਰ ਇਸ ਵੇਲੇ ਜਿੱਥੇ ਕਰੋਨਾ ਮਹਾਮਾਰੀ ਪੂਰੀ ਦੁਨੀਆ ਦੇ ਵਿੱਚ ਆ, ਉੱਥੇ ਨਾ ਅਮਰੀਕਾ ਦੇ ਵਿੱਚ ਹੁਣ ਜਿਹੜੇ ਬਜ਼ੁਰਗ ਨੇ ਉਹ ਜਿਹੜੇ ਟੀਕੇ ਨੇ, ਵੈਕਸੀਨ ਨੇ, ਹਨਾ, ਦੋਵੇਂ ਡੋਜ਼ ਲਵਾਉਣ ਤੋਂ ਬਾਅਦ ਆਪਣੇ ਲਈ ਸਾਥੀ ਸਾਥਣ ਲੱਭ ਰਹੇ ਨੇ। ਦੇਖੋ ਗੱਲ ਇਹ ਆ ਵੀ ਸਾਡੀ ਸਾਰਿਆਂ ਦੀ ਸੋਚ ਹੀ ਇਹੋ ਜੀ ਆ। ਸਾਡਾ ਪਾਲਣ ਪੋਸ਼ਣ ਉਸ ਤਰੀਕੇ ਨਾਲ ਹੋਇਆ। ਹੁਣ ਤੁਸੀਂ ਆਦੇ ਪਾਪਾ ਜੀ ਨੂੰ ਕਹਿੰਦੇ ਪਾਪਾ ਸਹੇਲੀ ਲੱਭ ਲਾ, ਐ ਕੌਣ ਕਹਿੰਦਾ? ਪਰ ਬਾਹਰਲੇ ਮੁਲਕ ਦੇ ਵਿੱਚ ਕਹਿ ਦਿੰਦੇ ਆ ਵੀ ਪਾਪਾ ਕੋਈ ਗੱਲ ਨਹੀਂ, ਬੇਬੇ ਕੋਈ ਗੱਲ ਨਹੀਂ। ਜੀ ਬਿਲਕੁਲ ਸਹੀ ਗੱਲ ਹੈ। ਸਾਡੀ ਸੋਚ ਤੇ ਉਹਨਾਂ ਦੀ ਸੋਚ ਦੇ ਵਿੱਚ ਅੰਤਰ ਬਹੁਤ ਆ। ਅਸੀਂ ਤਾਂ ਐਵੇਂ ਲੱਗ ਪੈਨੇ ਆ, ਇਹਨਾਂ ਦਾ ਬੁੜਾ ਵੀ ਆਈ ਸੀ, ਇਹਨਾਂ ਦੀ ਬੁੜੀ ਵੀ ਆਈ ਸੀ, ਇਹਦੀ ਭੈਣ ਕਿਹੜੇ ਚੰਗੀ ਸੀ। ਸਾਡੇ ਕੋਲੇ ਸਮਾਂ ਇੰਨਾ। ਉਹ ਲੋਕ ਜ਼ਿੰਦਗੀ ਨੂੰ ਆਪਣੇ ਤਰੀਕੇ ਦੇ ਨਾਲ ਆਨੰਦ ਮਾਣਦੇ ਆ, ਆਪਦੇ ਤਰੀਕੇ ਨਾਲ ਜਿਉਂਦੇ ਆ। ਅਸੀਂ ਆਪਦੇ ਤਰੀਕੇ ਨਾਲ ਤਾਂ ਕਦੇ ਜਿਉਂ ਕੇ ਨਹੀਂ ਦੇਖਿਆ। ਅਸੀਂ ਵੇਖਦੇ ਆਂਢੀਆਂ ਗੁਆਂਢੀਆਂ ਮੁਤਾਬਕ ਵੀ ਉਹ ਕੀ ਕਹਿਣਗੇ। ਮਾਸੀ ਤਾਂ ਨਹੀਂ ਗੁੱਸੇ ਹੋ ਜੂ, ਫੁੱਫੜ ਤਾਂ ਨਹੀਂ ਕੁਝ ਕਹਿੰਦਾ। ਸਾਡੇ ਮਸਲੇ ਇਹ ਆ, ਪਿੰਡ ਵਾਲੇ ਕੀ ਕਹਿਣਗੇ, ਗਵਾਂਢੀ ਕੀ ਕਹਿਣਗੇ। ਸਾਡੇ ਮਸਲੇ ਇਸ ਤੋਂ ਬਾਅਦ ਖਤਮ ਹੀ ਨਹੀਂ ਹੁੰਦੇਗੇ। ਔਰ ਮੁਸੀਬਤ ਦੇ ਵਿੱਚ ਆ ਗਵਾਂਢੀ, ਫੁੱਫੜ, ਮਾਸੜ ਇਹ ਬਹੁਤ ਘੱਟ ਨਾਲ ਖੜਦੇ ਨੇ। ਬਹੁਤੀਆਂ ਥਾਵਾਂ ਤੇ ਆਪਾਂ ਵੇਖਦੇ ਹਰ ਕੋਈ ਪੇਠੀ ਘੁਮਾ ਕੇ ਚੱਲ ਜਾਂਦਾ ਵੀ ਕੋਈ ਨਹੀਂ, ਫਸੇ ਰਹੋ। ਉਲਟਾ ਹੋਰ ਫਸਾਉਣ ਦੀ ਕੋਸ਼ਿਸ਼ ਕਰਨਗੇ, ਬਾਹਰ ਕੱਢਣਾ ਤਾਂ ਦੂਰ ਦੀ ਗੱਲ ਹੈ। ਸਾਡੇ ਤਾਂ ਕਿਸੇ ਦੇ ਘਰ ਦੇ ਵਿੱਚ ਕੁਝ ਵੀ ਹੁੰਦਾ ਹੋਵੇ, ਪਹਿਲਾਂ ਤਾਂ ਅੱਡੀਆਂ ਚੱਕ ਕੇ ਦੇਖਣਗੇ ਵੀ ਹੁੰਦਾ ਕਿ ਬਸ ਗੰਦ ਪਾਇਆ, ਤੇ ਤੂੰ ਕਾਹਤੋਂ ਅੱਡੀਆਂ ਚੱਕ ਕੇ ਦੇਖਿਆ? ਨਹੀਂ, ਆਪਣੇ ਪਤਾ ਨਹੀਂ ਹੁੰਦਾ ਵੀ ਮੈਂ ਆਪ ਕੀ ਕਰ ਰਿਹਾ। ਆਪ ਵੀ ਆਪਾਂ ਉਹੋ ਜਿਹੇ ਆ, ਸਾਨੂੰ ਮੌਕਾ ਨਹੀਂ ਮਿਲਦਾ ਕਿ ਅਸੀਂ ਤਾਂ ਚੰਗੇ ਆ। ਆਉਣ ਦਿਓ।
ਚੋਰ ਹਰ ਕੋਈ ਹੈ, ਬਸ ਬਚਿਆ ਉਹ ਜਿਹੜਾ ਫੜਿਆ ਨਹੀਂ ਜਾਂਦਾ। ਪਰ ਗੱਲ ਇਹ ਅਮਰੀਕਾ ਦੇ ਵਿੱਚ ਜਿਹੜੇ ਬਜ਼ੁਰਗਾਂ ਦੀ ਮੈਂ ਗੱਲ ਕਰ ਰਹੀ ਹਾਂ, ਇਹਨਾਂ ਚੋਂ ਇੱਕ ਨੇ 60 ਸਾਲਾ ਸਟੀਫਨ ਪਾਸਕੀ। ਇਹ ਕਹਿੰਦੇ ਕਿ 4270 ਕਿਲੋਮੀਟਰ ਦੂਰ ਕੈਲੀਫੋਰਨੀਆ ਦੇ ਵਿੱਚ ਰਹਿੰਦੀ 57 ਸਾਲਾ ਆਪਣੀ ਮਿਸ ਲੇਂਜ ਨੂੰ ਮਿਲਣ ਦੇ ਲਈ ਉੱਥੇ ਪਹੁੰਚੇ ਸੀ ਤੇ ਉਹਦੇ ਨਾਲ ਵਿਆਹ ਕਰਾ ਲਿਆ ਇਹਨਾਂ ਨੇ। ਦੇਖੋ ਹੁਣ ਨਾ ਅਮਰੀਕਾ ਦੇ ਵਿੱਚ 80% ਦੇ ਕਰੀਬ ਬਜ਼ੁਰਗਾਂ ਨੂੰ ਕਰੋਨਾ ਵੈਕਸੀਨ ਲੱਗ ਗਈ ਹੈ, ਦੂਜੀ ਡੋਜ਼ ਵੀ ਲੱਗ ਗਈ ਹੈ। ਇਸ ਕਰਕੇ ਜਿਹੜੇ ਬਜ਼ੁਰਗ ਹੁਣ ਘਰਾਂ ਦੇ ਵਿੱਚ ਬੈਠੇ ਸੀ, ਤਾੜੇ ਪਏ ਸੀ, ਉਹਨਾਂ ਦੇ ਅੰਦਰ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਉਤਸ਼ਾਹ ਪੈਦਾ ਹੋਇਆ। ਕਹਿੰਦੇ ਵੀ ਜਿਹੜੀਆਂ ਡੂਟਿੰਗ ਵਾਲੀਆਂ ਸਾਈਟਾਂ ਹੁੰਦੀਆਂ, ਜਿਹੜੀਆਂ ਮਿੱਤਰ ਮਿਲਾਉਂਦੀਆਂ, ਉੱਥੇ 15% ਦੀ ਬਜ਼ੁਰਗਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਗਿਆ। ਉਹ ਕਹਿੰਦੇ ਜ਼ਿੰਦਗੀ ਦਾ ਕੀ ਪਤਾ ਕੀ ਮਨਿਆਦਾ ਤੇਰੀਆਂ ਪਾਣੀ ਦਾ ਬੁਲਬੁਲਿਆ। ਉਹ ਹੁਣ ਇਹ ਗਾਣਾ ਸੁਣਦੇ ਹੋਣਗੇ ਅੰਗਰੇਜ਼ੀ ਚ ਕਰਕੇ। ਉਹ ਕਹਿੰਦੇ ਇਸ ਕਰਕੇ ਜਿਹੜੇ ਪਲ ਬਚੇ ਆ, ਉਹ ਅਸੀਂ ਕਿਉਂ ਨਾ ਵੀ ਤਨਹਾਈ ਦੇ ਵਿੱਚ, ਇਕੱਲਤਾ ਦੇ ਵਿੱਚ ਜ਼ਿੰਦਗੀ ਕੱਢੀ ਜਾਂਦੇ ਆ। ਸਾਡੇ ਵਰਗੀ ਸਾਨੂੰ ਮਿਲ ਜੇ ਬਹੁਤ ਵਧੀਆ। ਇਸ ਕਰਕੇ ਉਹ ਹੁਣ ਇਦਾਂ ਮਿਲਦੇ ਆ, ਉਹ ਹੁਣ ਸਾਥੀ ਸਾਥਣ ਭਾਲਦੇ ਆ। ਇਹੋ ਜਿਹੀਆਂ ਖਬਰਾਂ ਆਈਆਂ ਕਿ ਜੇ ਕਿਤੇ ਸਾਡੇ ਹੋਵੇ ਇੱਥੇ, ਆ ਕੀ ਨਾਂ ਸੀਗਾ ਅੰਗਰੇਜ਼ ਸਾਹਿਬ ਦਾ? ਸਟੀਫਨ ਪਾਸਕੀ। ਹੁਣ ਜੇ ਸਟੀਫਨ ਪਾਸਕੀ ਹੋਵੇ ਪੰਜਾਬ ਦਾ, ਤੇ ਬੁੜੀਆਂ ਨੇ ਜਿਹੜੀਆਂ ਗਵਾਂਢ ਦੇ ਵਿੱਚ ਇਹਨਾਂ ਨੇ, ਉਹਨੇ ਚੁੰਨੀ ਪਾ ਕੇ ਮੂੰਹ 'ਚ ਗੰਦ ਪਾਇਆ ਜੀ ਸਟੀਫਨ ਨੇ। ਇਹ ਤਾਂ ਪਹਿਲਾਂ ਤੋਂ ਚਰਿੱਤਰਹੀਣ ਲੱਗਦਾ ਸੀ। ਬੁੜਾ ਕਿਹੜਾ ਚੰਗਾ ਸੀ, ਉਹ ਵੀ ਐਂ ਭੱਜ ਗਿਆ ਸੀ ਕਿਸ ਨੂੰ ਲੈ ਕੇ। ਨਾ ਨਾ ਨਾ, ਇਹ ਦੂਰ ਰਹੋ, ਇਹਨੂੰ ਪਿੰਡੋਂ ਕੱਢੋ। ਇਹ ਤਾਂ ਕੋਈ ਨਿਆਣਾ ਵੀ ਨਾ ਭੇਜੋ ਇਹਦੇ ਘਰੇ ਖੇਡਣ ਨੂੰ। ਇਹ ਤਾਂ ਨਹੀਂ ਭਾਈ, ਇਹ ਤਾਂ ਚਰਿੱਤਰ ਮਾੜਾ ਇਹਦਾ ਤਾਂ। ਬਿਲਕੁਲ। ਫਿਰ ਇੱਕ ਹੋਰ ਨੇ, ਉਹਨਾਂ ਦੀ ਵੀ ਆਪਾਂ ਗੱਲ ਕਰ ਲਈਏ ਭਾਈ ਸਾਹਿਬ ਦੀ। ਇਹ 64 ਸਾਲਾ ਕੈਥਰੀਨ ਪਾਮਰ ਨੇ। ਇਹ ਕਹਿੰਦੇ ਕਿ ਇਹਨਾਂ ਨੇ ਦੂਸਰੀ ਡੋਜ਼ ਜਿਹੜੀ ਆ ਲੈ ਲਈ, ਜਿਸ ਤੋਂ ਬਾਅਦ ਹੁਣ ਡੇਟ ਤੇ ਜਾ ਰਹੇ ਨੇ। ਹਾਂ ਬਸ ਵਧੀਆ ਗੱਲ ਆ, ਅਗਲੇ ਦਾ ਚਿੱਤ ਕਰਨਾ ਜਾਊਗਾ। ਤੁਹਾਨੂੰ ਕੀ ਨਹੀਂ, ਆਪਾਂ ਇੰਨੀ ਵਕਾਲਤ ਕਿਹੜੀ ਗੱਲੋਂ ਕਰ ਲਾਂਗੇ? ਵਕਾਲਤ ਮੈਂ ਤਾਂ ਕਰਦਾ, ਬੰਦੇ ਦਾ ਮਨ ਕਰਦਾ ਜਿਵੇਂ ਮਰਜ਼ੀ ਕਰੇ। ਜ਼ਿੰਦਗੀ ਜਿਉਣ ਸਮਾਜ ਦਾ ਕੀ ਨੁਕਸਾਨ ਆ? ਮੈਂ ਤਾਂ ਸਿੱਧਾ ਉੱਤਰ ਦੇ ਦਿੰਦਾ, ਜੇ ਉਹ ਕਵੇ ਹਰਮਨਥਨ ਵਿਆਹੇ ਆ, ਮੈਂ ਕਹਿੰਦਾ ਤੂੰ ਡੋਲੀ ਵਾਲੀ ਕਾਰ ਨੂੰ ਧੱਕਾ ਲਾਉਣਾ, ਤੂੰ ਰੁਪਈਏ ਸਿੱਟਣੇ ਉੱਤੋਂ ਦੀ। ਆਪਾਂ ਕੀ ਲੈਣਾ? ਕਿਸੇ ਦਾ ਇੱਕ ਹੋਇਆ, ਕਿਸੇ ਦਾ ਇੱਕ ਵੀ ਨਹੀਂ ਹੋਇਆ, ਕਿਸੇ ਦੇ 3 ਹੋਏ ਆ, ਮਰਜ਼ੀ ਅਗਲੇ ਦੀ। ਬਿਲਕੁਲ ਸਹੀ ਗੱਲ ਹੈ। ਜ਼ਿੰਦਗੀ ਜਿਉਣ ਦਿਓ, ਜੀਓ ਤੇ ਜਿਉਣ ਦਿਓ। ਇਹ ਅਸੀਂ ਨਾ ਪੜ੍ਹਦੇ ਜ਼ਰੂਰ ਆ, ਨਿੱਕੇ ਹੁੰਦੇ ਆ ਸੁਣਦੇ ਜ਼ਰੂਰ ਆ, ਪਰ ਅਸੀਂ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਦੇ ਨਹੀਂ ਹੈਗੇ। ਅਸੀਂ ਨਾ ਤਾਂ ਜ਼ਿੰਦਗੀ ਜਿਉਨੇ ਆ, ਨਾ ਜਿਉਣ ਦਿੰਨੇ ਆ। ਅਸੀਂ ਕਹਿੰਦੇ ਜੇ ਮੈਂ ਫਸਿਆ ਤੇ ਇਹ ਕਿਵੇਂ ਆਜ਼ਾਦ ਹੋ ਕੇ ਜੀ ਲਵੇ, ਭਈ ਇਹਦੀਆਂ ਰਾਹਾਂ ਦੇ ਵਿੱਚ ਕੰਢੇ ਮੈਂ ਵਿਛਾਉਂਗਾ। ਸਾਡੇ ਤਾਂ ਮਸਲੇ ਇਹੋ ਜਿਹੇ ਆ ਨਾ, ਜਿਹੜਾ ਬੰਦਾ ਆਪ ਫਸਿਆ ਹੁੰਦਾ ਉਹ ਨਾਲ ਦੇ ਨਾਲ ਮੁੰਡਾ ਵਿਆਹ ਲਓ ਵੀ ਮੇਰੇ ਵਰਗਾ ਕਰ ਦੋ। ਨਹੀਂ ਮੁੰਡਾ ਵਿਗੜਿਆ ਹੋਊਗਾ, ਕਹਿਣਗੇ ਤਾਂ ਵਿਆਹ ਕਰ ਦੋ। ਵੀ ਮੁੰਡੇ ਵਿਗੜੇ ਨੂੰ ਸੁਧਾਰੋ, ਉਹ ਇੱਕ ਹੋਰ ਲੋਬਣ ਲੱਗੇ ਆ। ਸਾਡੇ ਮਸਲੇ ਹੀ ਹੋਰ ਆ। ਆਪਾਂ ਕਹਿੰਦੇ ਕੁੜੀ ਆਊਗੀ, ਉਹ ਸੁਧਾਰੂਗੀ, ਉਹਨੇ ਟ੍ਰੇਨਿੰਗ ਲਈ ਇਸ ਗੱਲ ਦੀ। ਅੱਛਾ ਨਹੀਂ, ਉਹ ਵੀ ਛੱਡੋ ਤੁਸੀਂ, ਸਾਨੂੰ ਤਾਂ ਇਹ ਸਾਡਾ ਮਸਲਾ ਵੀ ਗੁਆਂਢੀਆਂ ਦੇ ਘਰੇ ਆਉਂਦਾ ਕੌਣ ਆ? ਇਹਨਾਂ ਦੇ ਘਰੇ ਫਲਾਣੀ ਗੱਡੀ ਬਹੁਤ ਆਉਂਦੀ ਅੱਜ ਕੱਲ। ਵੀ ਆਪਾਂ ਕੀ ਲੈਣਾ? ਉਹਨਾਂ ਦੇ ਘਰੇ ਆਉਂਦੀ, ਉਹਦੇ ਘਰ ਦੇ ਜਾਣਨ, ਉਹ ਜਾਣੇ, ਆਪਾਂ ਕੀ ਲੈਣਾ ਦੇਣਾ? ਪਰ ਆਪਾਂ ਨੂੰ ਨਹੀਂ ਚਿੰਤਾ ਹੈ। ਇਹ ਤਾਂ ਮਹੱਲੇ 'ਚ ਗੰਦ ਪਾਇਆ ਪਿਆ। ਮਹੱਲੇ 'ਚ ਗੰਦ ਪਤਾ ਨਹੀਂ ਕਿਵੇਂ ਪੈ ਜਾਂਦਾ, ਮੈਨੂੰ ਇਹ ਨਹੀਂ ਸਮਝ ਆਈ। ਉਦਾਂ ਗੰਦ ਪਿਆ, ਕਦੇ ਨਹੀਂ ਝਾੜੂ ਲੈ ਕੇ ਹੁੰਜਿਆ ਵੀ ਇਹਨੂੰ ਵੀ ਆਪਾਂ ਚੱਕ ਦਈਏ। ਹੁਣੇ ਕੱਟਾ ਫੋਸ ਕਰਕੇ ਗਿਆ, ਇਹਨੂੰ ਚੱਕ ਦਈਏ। ਕੁਛ ਨਹੀਂ ਕਰਨਾ ਹੈ, ਉਹਦਾ ਗੰਦ ਨਹੀਂ ਪੈਣ ਦੇਣਾ। ਆਪਾਂ ਹੈਗੇ ਆ ਨਾ। ਜੱਜ ਦਾ ਵਿਚਾਰ। ਟਾਣਾ ਸਾਹਿਬ, ਲੰਬੀਆਂ ਕਤਾਰਾਂ ਲੱਗ ਗਈਆਂ। ਲੰਬੀਆਂ ਨਹੀਂ ਹੁੰਦਾ, ਲੰਮੀਆਂ। ਬੱਬਾ ਕਿੱਧਰ ਆ ਗਿਆ? ਮਾਫੀ ਚਾਹਨੀ ਆ, ਫੇਰ ਤਾਂ ਕਹਿਨੀ ਆ। ਟਾਣਾ ਸਾਹਿਬ, ਲੰਮੀਆਂ ਹੁਣ ਮੇਰਾ ਨਾਂ ਲੈਣ ਦੀ ਦੁਬਾਰਾ ਲੋੜ ਨਹੀਂ ਸੀ। ਲੰਮੀਆਂ ਕਤਾਰਾਂ ਹੁੰਦਾ ਵੀ ਠੀਕ ਆ। ਆਪਾਂ ਖੁਸ਼ ਕਿਹੜੀ ਗੱਲ ਤੇ ਹੁੰਨੇ? ਵੈਸੇ ਮੈਂ ਸੰਖੇਪ ਤੇ ਗੱਲ ਕਰੂੰ। ਨਹੀਂ ਉਦਾਂ ਲੰਮੀਆਂ ਕਤਾਰਾਂ, ਇਹੀ ਸੰਖੇਪ ਸੀ। ਠੀਕ ਆ, ਪ੍ਰੋਗਰਾਮ ਬੰਦ ਕਰ ਦਿਓ। ਟਾਣਾ ਸਾਹਿਬ, ਲੰਮੀਆਂ ਕਤਾਰਾਂ ਲੱਗ ਗਈਆਂ। ਅੱਛਾ, ਵੈਸੇ ਤਾਂ ਭਾਰਤ ਦੇ ਵਿੱਚ ਕਤਾਰਾਂ ਹੀ ਆ। ਤੁਸੀਂ ਅੱਛਾ ਨਹੀਂ ਕਹਿਣਾ ਹੈ, ਤੁਸੀਂ ਪੁੱਛਣਾ ਸੀ ਕਿੱਥੇ। ਮੇਰੀ ਗੱਲ ਸ਼ੁਰੂ ਹੋਈ ਆ। ਅੱਛਾ, ਆਉਣ ਦਿਓ। ਕਿੱਥੇ ਕੋਮਾ ਲਾਉਣਾ, ਕਿੱਥੇ ਡੰਡੀ, ਕਿੱਥੇ ਹੈਰਾਨੀਵਾਚਕ, ਪ੍ਰਸ਼ਨਵਾਚਕ, ਇਹ ਲਾਉਣਾ ਉਹ ਮੈਂ ਦੇਖਦਾ। ਅੱਛਾ ਜੀ। ਗੱਲ ਇਹ ਵੀ ਭਾਰਤ ਦੇ ਵਿੱਚ ਕਤਾਰਾਂ ਹੀ ਕਤਾਰਾਂ। ਕਰੋਨਾ ਦਾ ਤੁਸੀਂ ਟੈਸਟ ਕਰਵਾਉਣਾ ਤਾਂ ਕਤਾਰ, ਜੇ ਤੁਸੀਂ ਅੰਦਰ ਦਾਖਲ ਹੋਣਾ ਹਸਪਤਾਲ 'ਚ ਤਾਂ ਕਤਾਰ, ਜੇ ਬੈੱਡ ਮਿਲ ਗਿਆ, ਆਕਸੀਜਨ ਨਹੀਂ ਮਿਲਦੀ ਤਾਂ ਕਤਾਰ, ਜੇ ਵੈਂਟੀਲੇਟਰ ਤੇ ਜਾਣਾ ਤਾਂ ਕਤਾਰ, ਮਰ ਗਏ ਤਾਂ ਸ਼ਮਸ਼ਾਨ ਘਾਟ 'ਚ ਕਤਾਰ, ਤੇ ਕਤਾਰਾਂ ਹੀ ਕਤਾਰਾਂ। ਬਿਲਕੁਲ, ਹੁਣ ਤਾਂ ਫੁੱਲ ਤਾਰਨ ਦੇ ਲਈ ਵੀ ਕਤਾਰ। ਬਿਲਕੁਲ ਜੀ, ਸਹੀ ਆ ਜੀ। ਪਰ ਮੈਂ ਜਿਹੜੀ ਗੱਲ ਕਰ ਰਹੀ ਸੀ ਕਿ ਲੰਮੀਆਂ ਕਤਾਰਾਂ ਲੱਗ ਗਈਆਂ, ਪੁੱਛੋ ਕਾਹਦੀਆਂ ਪੁੱਛੋ? ਕਿੱਥੇ ਸੱਚ? ਕਿੱਥੇ ਨਹੀਂ, ਇੱਕ ਵਾਰ ਕਿੱਥੇ? ਉਹ ਕੱਲਾ ਕਿੱਥੇ? ਮੈਂ ਦੱਸ ਦਿੰਨੀ ਆ, ਏਦਾਂ ਹੀ ਨਸ਼ਾ ਛਡਾਊ ਕੇਂਦਰਾਂ ਦੇ ਬਾਹਰ ਬਿਲਕੁਲ ਲੱਗੀਆਂ ਜੀ। ਉਹ ਕਹਿੰਦੇ ਵੀ ਜਿਹੜੇ ਨਸ਼ਾ ਛੱਡਣ ਦੇ ਲਈ ਜਿਹੜੀ ਗੋਲੀ ਦਿੱਤੀ ਜਾਂਦੀ ਹੈ, ਉਹ ਦਵਾਈ ਲੈਣ ਦੇ ਲਈ ਲੰਮੀਆਂ ਕਤਾਰਾਂ ਲੱਗ ਗਈਆਂ। ਹੁਣ ਰੌਲਾ ਇੱਕ ਹੋਰ ਗੱਲ ਦਾ ਪੈ ਗਿਆ। ਨਸ਼ਾ ਛੱਡਣ ਦੇ ਲਈ ਤਾਂ ਗੋਲੀ ਤੇ ਲਾਤੇ, ਹੁਣ ਗੋਲੀ ਛੱਡਣ ਲਈ ਕਾਹਦੇ ਤੇ ਲਾਉਣੇ ਆ? ਪਤਾ ਨਹੀਂ ਸੱਚੀ ਲੋਕਾਂ ਨੂੰ। ਨਸ਼ੇ ਦੀ ਤਲਬ ਖਤਮ ਕਰਨ ਦੇ ਲਈ ਤੇ ਓਟ ਸੈਂਟਰਾਂ ਦੇ ਵਿੱਚ ਇੱਕ ਗੋਲੀ ਮਿਲਦੀ ਆ। ਹੁਣ ਗੋਲੀ ਦੇ ਆਦੀ ਹੋ ਗਏ ਆ,
ਉਹ ਕਹਿੰਦੇ ਵੀ ਸਾਨੂੰ ਗੋਲੀ ਨਾ ਮਿਲੀ ਅਸੀਂ ਤਾਂ ਵੀ ਹੁਣ ਡੁੱਬ ਜਾਣਾ ਮਰ ਜਾਣਾ, ਇਸ ਕਰਕੇ ਸਾਨੂੰ ਗੋਲੀਆਂ ਸਹੀ ਮਾਤਰਾ ਦੇ ਵਿੱਚ ਦਿਓ। ਤੇ ਹੁਣ ਕਿਉਂਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤਾਲਾਬੰਦੀ ਵਰਗਾ ਮਾਹੌਲ ਬਣਦਾ ਜਾਂਦਾ, ਮਿੰਨੀ ਲੋਕਡਾਊਨ ਮਿੰਨੀ ਤਾਲਾਬੰਦੀ ਹੈਗੀ ਪੰਜਾਬ ਦੇ ਵਿੱਚ, ਇਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਖਾਸ ਕਰਕੇ ਮਾਲਵੇ ਦੇ ਵਿੱਚ ਓਟ ਸੈਂਟਰ ਆ ਉਹਦੇ ਬਾਹਰ ਤੜਕੇ ਤੋਂ ਕਤਾਰਾਂ ਲੱਗ ਜਾਂਦੀਆਂ। ਉਹ ਕਹਿੰਦੇ ਵੀ ਰੱਬ ਦਾ ਵਾਸਤਾ ਗੋਲੀ ਦੇ ਦਿਓ, ਗੋਲੀ ਦੇ ਦਿਓ, ਗੋਲੀਆਂ ਦੀ ਘਾਟ ਆ, ਇਸ ਕਰਕੇ ਉਹ ਵਿਚਾਰੇ ਤੜਫਦੇ ਆ। ਜੀ ਬਿਲਕੁਲ, ਪਰ ਨਾ ਬਹੁਤ ਲੰਮੀਆਂ ਕਤਾਰਾਂ ਨੇ ਇਹਦੇ ਲਈ। ਪਰ ਹੈਰਾਨੀ ਦੀ ਗੱਲ, ਤੁਹਾਡੀ ਗੱਲ ਬਿਲਕੁਲ ਵਾਜਬ ਹੈ ਟਾਣਾ ਸਾਹਿਬ, ਵੀ ਨਸ਼ਾ ਛੱਡਣ ਦੇ ਲਈ ਤਾਂ ਗੋਲੀਆਂ ਤੇ ਲਾਤੇ, ਤੇ ਨਾ ਗੋਲੀਆਂ ਨੂੰ ਛੱਡਣ ਦੇ ਲਈ ਹੁਣ ਕੀ ਇਹਦਾ ਹੱਲ ਹੈ? ਕੀ ਕਰੂਗੀ ਸਰਕਾਰ ਤੇ ਲੋਕ ਕਿਵੇਂ ਵਿਚਾਰੇ ਇਹਦੇ ਤੋਂ ਪਿੱਛੇ ਹੋਣਗੇ? ਇਹ ਸਭ ਤੋਂ ਵੱਡਾ ਸਵਾਲ ਹੈ, ਕਿਉਂਕਿ ਮੈਂ ਵੀ ਪਹਿਲਾਂ ਕਿਤੇ ਪੜਿਆ ਸੀ ਕਿ ਉਹ ਗੋਲੀ ਦਾ ਨਸ਼ਾ ਵੀ ਬਹੁਤ ਮਾੜਾ, ਲੋਕਾਂ ਨੂੰ ਗੋਲੀ ਦਾ ਨਸ਼ਾ ਲੱਗ ਰਿਹਾ। ਉਹ ਤਲਬ ਘਟਾਉਂਦੀ ਆ ਤੇ ਤਲਬ ਵਧਾਤੀ ਆ, ਬਸ ਇਹ ਗੱਲ ਆ। ਪਰ ਨਾ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ, ਘਟਾਤੀ ਤੇ ਵਧਾਤੀ ਦੇ ਵਿੱਚ ਅੰਤਰ ਆ। ਵਧਾਤੀ ਆ ਤਲਬ ਵੀ ਹੁਣ ਅਸੀਂ ਕਿਵੇਂ ਖਤਮ ਕਰੀਏ, ਤੇ ਘਟਾਉਂਦੀ ਆ ਜਿਹੜਾ ਪਹਿਲਾਂ ਨਸ਼ਾ ਕਰਦੇ ਹੋ। ਗਲਤ ਨਹੀਂ ਸੀ ਕਿਹਾ, ਹੈਰਾਨੀ ਬਾਅਦ ਅੱਖਾਂ ਨਾਲ ਵੇਖਿਆ ਸੀ। ਮਾਫੀ ਚਾਹੁੰਦੀ ਆ। ਹਾਂ, ਪਰ ਇਸ ਵਕਤ ਲੋੜ ਆ ਭਾਈ ਵੀ ਜਿਹੜੇ ਸਾਡੇ ਇਹ ਵੱਖ-ਵੱਖ ਨਸ਼ਿਆਂ ਦੇ ਝੰਬੇ ਪਏ, ਲੋਕ ਹੱਸਣਾ ਨਹੀਂ, ਜਿਹੜੇ ਲੋਕ ਨਸ਼ਿਆਂ ਦੇ ਝੰਬੇ ਪਏ ਆ ਉਹਨਾਂ ਨੂੰ ਸੰਭਾਲਿਆ ਜਾਵੇ, ਉਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਂਦਾ ਜਾਵੇ। ਜੀ ਹਾਂ, ਮੈਨੂੰ ਨਾ ਅੱਜ ਇੱਕ ਸੱਜਣ ਨੇ ਦੱਸਿਆ, ਉਹ ਕਹਿੰਦਾ ਵੀ ਕਮਾਲ ਹੋਈ ਪਈ ਆ। ਮੈਂ ਕਿਹਾ ਕਾਹਦੀ? ਕਹਿੰਦਾ ਦੇਖੋ ਜੀ ਇਸ ਵਕਤ ਜਿਹੜੇ ਕਲਾਕਾਰ ਆ ਉਹ ਫਿਲਮਾਂ ਦੀ ਸ਼ੂਟਿੰਗ ਕਰੀ ਜਾਂਦੇ ਆ, ਗਾਉਣ ਵਾਲਿਆਂ ਦੇ ਗਾਣੇ ਆਈ ਜਾਂਦੇ ਆ, ਰਾਜਨੀਤਿਕ ਲੋਕ ਰੈਲੀਆਂ ਕਰੀ ਜਾਂਦੇ ਆ, ਖਿਡਾਰੀ IPL ਖੇਡੀ ਜਾਂਦੇ ਆ, ਤੇ ਆਮ ਲੋਕਾਂ ਨੂੰ ਕਹਿੰਦੇ ਘਰ ਦੇ ਵਿੱਚ ਰਹੋ, ਕਰੋਨਾ ਭਜਾਉਣਾ। ਬਿਲਕੁਲ ਸਹੀ। ਇਹ ਕੀ ਡਰਾਮਾ? ਜੀ ਮੈਂ ਕਿਤੇ ਪੜਿਆ ਸੀ ਟਾਣਾ ਸਾਹਿਬ, ਕਹਿੰਦੇ ਪਹਿਲਾਂ ਕਿਤੇ ਆਂਢ ਗੁਆਂਢ ਦੇ ਵਿੱਚ ਕੋਈ ਮੌਤ ਹੋ ਜਾਂਦੀ ਸੀ, ਮਹੱਲੇ ਦੇ ਵਿੱਚ ਕੋਈ ਮੌਤ ਹੋ ਜਾਂਦੀ ਸੀ, ਤਾਂ ਘਰ ਦੇ ਖਾਸ ਤੌਰ ਤੇ ਮਾਂ ਬੱਚਿਆਂ ਨੂੰ ਕਹਿੰਦੀ ਹੁੰਦੀ ਸੀ, ਪੁੱਤ ਅੱਜ ਖੇਡਣਾ ਨਹੀਂ, ਮੌਤ ਹੋਈ ਹੈ ਫਲਾਣਿਆਂ ਦੇ, ਚੰਗਾ ਨਹੀਂ ਲੱਗਦਾ, ਅੱਜ ਤੁਸੀਂ ਗਲੀ 'ਚ ਨਹੀਂ ਖੇਡਣਾ, ਅੱਜ ਘਰੇ ਬੈਠੋ ਆਰਾਮ ਨਾਲ, ਹਨਾ। ਤੇ ਸਾਡੇ ਮੁਲਕ ਦੇ ਵਿੱਚ ਜੋ ਹਾਲਾਤ ਨੇ ਤੇ IPL ਖੇਡਿਆ ਜਾ ਰਿਹਾ। ਹਾਂ ਬਿਲਕੁਲ ਸਹੀ ਗੱਲ ਆ। ਪਹਿਲਾਂ ਲੋਕ ਇਹ ਗੱਲ ਕਹਿੰਦੇ ਹੁੰਦੇ ਸੀ, ਜੇਕਰ ਘਰ ਦਾ ਕਿਸੇ ਨੇ ਦਰਵਾਜ਼ਾ ਖੜਕਾਉਣਾ ਨਾ, ਬੂਹਾ ਖੜਕਾਉਣਾ, ਉਹ ਕਹਿੰਦੇ ਸੀ ਆਜੋ ਆਜੋ ਕੋਈ ਗੱਲ ਨਹੀਂ, ਸਾਡੇ ਕੁੱਤੇ ਦੇ ਟੀਕੇ ਲੱਗੇ ਆ, ਵੀ ਇਹ ਕੋਈ ਨੁਕਸਾਨ ਨਹੀਂ ਕਰਦਾ। ਤੇ ਹੁਣ ਕਹਿੰਦੇ ਆਜੋ ਆਜੋ ਸਾਡੇ ਆਪਦੇ ਟੀਕੇ ਲੱਗੇ ਆ। ਬਿਲਕੁਲ ਸਹੀ, ਬਸ ਇਹ ਫਰਕ ਆ। ਜੱਜ ਦਾ ਵਿਚਾਰ। ਟਾਣਾ ਸਾਹਿਬ ਹੁਣ ਸਮਾਂ ਆਪਣੇ ਕੋਲ ਘੱਟ ਹੈ ਥੋੜਾ ਜਿਹਾ। ਅੱਛਾ ਹਾਂ, ਪ੍ਰੋਗਰਾਮ ਜਿਹੜਾ ਉਹ ਸਮੇਟਣ ਵੱਲ ਨੂੰ ਆਪਾਂ ਵੱਧ ਰਹੇ ਆ, ਤੇ 2-3 ਖਬਰਾਂ ਰਹਿ ਗਈਆਂ, ਇਕੱਠੀਆਂ ਹੀ ਸਾਂਝੀਆਂ ਕਰ ਦਿੰਦੇ ਆ। ਕੋਈ ਇਤਰਾਜ਼ ਨਹੀਂ। ਕਹਿੰਦੇ ਚੋਣ ਕਮਿਸ਼ਨ ਵਾਵਾ ਪਿੱਟਿਆ, ਤੇ ਪਿੱਟਣਾ ਹੀ ਆ, ਜਦੋਂ ਪਹਿਲਾਂ ਉਹਨੇ ਪਿੱਟਣੇ ਪਵਾਏ ਆ ਜੀ। ਉਹਦਾ ਕਾਰਨ ਕੀ ਆ? ਕਿਉਂਕਿ ਚੋਣ ਕਮਿਸ਼ਨ ਨੇ ਰੋਕਿਆ ਹੀ ਨਹੀਂਗਾ ਸਰਕਾਰ ਨੂੰ। ਚੋਣ ਕਮਿਸ਼ਨ ਨੇ BJP ਨੂੰ ਇਸ ਗੱਲ ਦੇ ਉੱਤੇ ਘੁਰਕੀ ਮਾਰੀ ਨਹੀਂ ਕਿ ਭਾਈ ਤੁਸੀਂ ਰੈਲੀਆਂ ਨਹੀਂ ਕਰਨੀਆਂ। 2-2 ਲੱਖ 2.5-2.5 3-3 ਲੱਖ ਬੰਦੇ ਦੀ ਰੈਲੀ, ਤੇ ਉਧਰ ਕਰੋਨਾ ਫੈਲ ਰਿਹਾ। ਤੇ ਜਦੋਂ ਮਦਰਾਸ ਦੀ ਹਾਈ ਕੋਰਟ ਨੇ ਝਿੜਕ ਮਾਰੀ ਵੀ ਆ ਤੁਸੀਂ ਕੀ ਡਰਾਮਾ ਫੜਿਆ, ਜਦੋਂ ਇਹ ਗੱਲ ਕਹੀ ਵੀ ਤੁਹਾਡੇ ਚੋਣ ਅਧਿਕਾਰੀਆਂ ਦੇ ਉੱਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ, ਤੇ ਚੋਣ ਕਮਿਸ਼ਨ ਨੂੰ ਬਹੁਤ ਦੁੱਖ ਹੋਇਆ, ਤਿਲਮਿਲਾਇਆ। ਫਿਰ ਉਹਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ, ਕਹਿੰਦੇ ਜੀ ਸਾਡੇ ਉੱਤੇ ਤਾਂ ਉਹਨਾਂ ਨੇ ਆਹ ਦੋਸ਼ ਮੜਤਾ, ਸਾਡੇ ਨਾਲ ਤਾਂ ਟਿੱਪਣੀ ਜੁੜ ਗਈ ਆ, ਸਾਡੇ ਤਾਂ ਇਹੋ ਜਿਹਾ ਟਿੱਕਾ ਲਾਤਾ ਇਹ ਕਦੇ ਲੈਣਾ ਹੀ ਨਹੀਂਗਾ। ਤੇ ਸੁਪਰੀਮ ਕੋਰਟ ਨੇ ਵੀ ਅੱਗੋਂ ਇਹ ਗੱਲ ਕਹੀ ਹੈ ਬਈ ਜਿਹੜੇ ਜੱਜ ਹੁੰਦੇ ਆ ਨਾ, ਉਹ ਘਰੋਂ ਰਾਏ ਬਣਾ ਕੇ ਨਹੀਂ ਆਉਂਦੇ ਵੀ ਅੱਜ ਅਸੀਂ ਕਹਿਣਾ ਕੀ ਆ। ਬਿਲਕੁਲ ਸਹੀ। ਜਦੋਂ ਲੋਕ ਮਰ ਰਹੇ ਹੋਣ ਤੇ ਫਿਰ ਕਈ ਵਾਰ ਇਹੋ ਜਿਹੀਆਂ ਤਿੱਖੀਆਂ ਟਿੱਪਣੀਆਂ ਕਰਦੀਆਂ ਵੀ ਪੈਂਦੀਆਂ। ਤੁਸੀਂ ਇਹ ਦੱਸੋ ਵੀ ਕੁਝ ਨਾ ਕੁਝ ਕਰਨਾ ਸੀ ਨਾ ਮੌਕੇ ਦੇ ਉੱਤੇ ਲੋਕਾਂ ਨੂੰ ਬਚਾਉਣ ਦੇ ਲਈ। ਤੇ ਅੱਗੋਂ ਪਤਾ ਕੀ ਕਿਹਾ ਚੋਣ ਕਮਿਸ਼ਨ ਦੇ ਵਕੀਲ ਨੇ? ਕਹਿੰਦਾ ਦੇਖੋ ਜੀ, ਜੇਕਰ ਕਿਸੇ ਪੇਂਡੂ ਖੇਤਰ ਦੇ ਵਿੱਚ ਜਾ ਕੇ ਤੇ ਕੋਈ ਵੀ ਧਿਰ 2 ਲੱਖ ਬੰਦੇ ਦੀ ਰੈਲੀ ਕਰੇ, ਤੇ ਫਿਰ ਅਸੀਂ ਜਾ ਕੇ ਉੱਥੇ ਗੋਲੀਆਂ ਚਲਾ ਦਈਏ, ਬੰਦੇ ਮਾਰ ਦਈਏ, ਤੇ ਕਿਉਂ ਤੁਸੀਂ ਧਿਰ ਨੂੰ ਰੋਕ ਨਹੀਂ ਸਕਦੇ? ਇਹੀ ਸਵਾਲ ਲੋਕਾਂ ਨੇ ਕੀਤਾ ਵੀ ਕੀ ਤੁਹਾਡਾ ਫਰਜ਼ ਨਹੀਂ ਸੀਗਾ ਵੀ ਉੱਥੇ ਅਸੀਂ ਰੈਲੀਆਂ ਕਰਨੀ ਆਗਿਆ ਹੀ ਨਾ ਦੇਗੇ, ਤੁਸੀਂ ਕਿਸੇ ਅਹੁਦੇ ਤੇ ਹੋ, ਅੱਗੇ ਪਾ ਦਈਏ, ਚੋਣਾਂ ਅੱਗੇ ਟਾਲ ਦਈਏ। ਜੇਕਰ ਅਸੀਂ ਇਹ ਗੱਲ ਕਹਿੰਦੇ ਫਲਾਣਾ ਕੰਮ ਵੀ ਡਿਲੇ ਕਰ ਲਓ, ਫਲਾਣਾ ਕੰਮ ਵੀ ਰੋਕ ਦਿਓ, ਫਲਾਣਾ ਕੰਮ ਲੇਟ ਕਰ ਦਿਓ, ਤਾਂ ਫਿਰ ਕੀ ਇਹ ਚੋਣਾਂ ਲੇਟ ਨਹੀਂ ਸੀ ਹੋ ਸਕਦੀਆਂ? ਜੀ ਨਾਲੇ ਜੇ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਤਾਂ ਫਿਰ ਤੁਹਾਡੇ ਹੋਣ ਦਾ ਫਾਇਦਾ ਕੀ ਹੈ? ਤੁਹਾਡੇ ਹੱਥ ਦੇ ਵਿੱਚ ਬਹੁਤ ਕੁਝ ਹੈ, ਉਹ ਗੱਲ ਵੱਖਰੀ ਕਿ ਤੁਸੀਂ ਕਰਨਾ ਨਹੀਂ ਚਾਹੁੰਦੇ, ਹਨਾ। ਇਹ ਕਿਹੜਾ ਜਵਾਬ ਹੋਇਆ ਵੀ ਅਸੀਂ ਕੀ ਕਰ ਦਿੰਦੇ? ਨਹੀਂ, ਇੱਕ ਹੋਰ ਕਮਾਲ ਦੀ ਗੱਲ ਹੈ ਐਤਕੀ ਜੋ ਪੱਛਮੀ ਬੰਗਾਲ 'ਚ ਕੀਤਾ। ਇੱਕ ਜ਼ਿਲ੍ਹੇ ਦੇ ਵਿੱਚ 4 ਪੜਾਵਾਂ 'ਚ ਚੋਣਾਂ ਹੁੰਦੀਆਂ। ਮੰਨ ਲਓ ਇੱਕ ਜ਼ਿਲ੍ਹੇ ਦੇ ਵਿੱਚ 4 ਵਿਧਾਨ ਸਭਾ ਦੇ ਖੇਤਰ ਆ ਜਾਂ 5 ਆ, ਉਹਨਾਂ ਨੂੰ ਵੰਡਿਆ ਇਸ ਤਰੀਕੇ ਦੇ ਨਾਲ ਆ ਵੀ ਇਧਰਲੇ ਪਾਸੇ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ, ਇਧਰਲੇ ਪਾਸੇ ਦੇ ਵਿੱਚ ਦੂਜੇ ਪੜਾਅ 'ਚ, ਵੀ ਇਹ ਕੀ ਡਰਾਮਾ? 8 ਪੜਾਵਾਂ ਦੇ ਵਿੱਚ ਵੋਟਾਂ, ਪੈਸੇ ਜੇਬ 'ਚੋਂ ਨਹੀਂ ਨਾ ਲੱਗ ਰਹੇ। ਮਮਤਾ ਬੈਨਰਜੀ ਨੇ ਇਹ ਗੱਲ ਕਹੀ ਆ ਵੀ ਜੇਕਰ ਘੱਟ ਪੜਾਵਾਂ 'ਚ ਵੋਟਾਂ ਹੋਈਆਂ ਹੁੰਦੀਆਂ ਤਾਂ ਇਹਨਾਂ ਨੇ 50 ਤੋਂ ਵੱਧ ਸੀਟਾਂ ਨਹੀਂ ਸੀ ਲਿਜਾਣੀਆਂ। ਪਰ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ, ਮੈਂ ਗੁੱਡੀਆਂ ਘਮਾਊਂ ਇਹਨਾਂ ਦੀਆਂ। ਹੁਣ ਕਹਿੰਦੀ ਮੈਂ ਦਿੱਲੀ ਆਊਂ ਜੀ, ਤੇ ਮੈਂ ਦੱਸੂ ਵੀ ਭਾਈ ਹਵਾਈ ਚੱਪਲ ਕੀ ਹੁੰਦੀ ਆ। ਹਾਂ, ਕੀ ਬਾਤ ਹੈ। ਤੇ ਦੂਸਰੇ ਬੰਨੇ ਟਾਣਾ ਸਾਹਿਬ ਇੱਕ ਹੋਰ ਖਬਰ ਸਾਹਮਣੇ ਆਈ ਹੈ, ਉਧਰ ਨੂੰ ਵੱਧਦੇ ਆਪਾਂ। ਉਹ ਜਿਹੜੀ ਬੀਬੀ ਹਮੇਸ਼ਾ ਇੱਕ ਸੋਸ਼ਲ ਮੀਡੀਆ ਦੇ ਅੰਗ ਨੂੰ ਵਰਤ ਕੇ ਬਹੁਤ ਆਪਣੀ ਬੌਧਿਕਤਾ ਦਾ ਵਿਖਾਵਾ ਕਰਦੀ ਹੁੰਦੀ ਸੀ। ਉਹ ਤੋਂ ਮੈਂ ਅੰਦਾਜ਼ਾ ਲਾ ਲਿਆ ਵੀ ਇਹ ਕੰਗੜਾ ਹੋਣੀ ਪੱਕਾ। ਬਿਲਕੁਲ, ਉਹਦਾ ਟਵਿੱਟਰ ਖਾਤਾ ਬੰਦ ਕਰਤਾ ਹੀ। ਵਧੀਆ ਕੀਤਾ। ਹਾਂ, ਹੋਣਾ ਹੀ ਚਾਹੀਦਾ ਸੀ ਜੀ। ਕਦੇ ਕਿਹਦੇ ਬਾਰੇ ਕੁਛ, ਕਦੇ ਕਿਹਦੇ ਬਾਰੇ ਕੁਛ। ਮੈਨੂੰ ਤਾਂ ਇਉਂ ਲੱਗਦਾ ਵੀ ਹੁਣ ਠੀਕ ਰਹਿ ਲੂ ਜਦੋਂ ਕੁਛ ਲਿਖਿਆ ਹੀ ਨਾ, ਕਿਤੇ ਐ ਨਾ ਹੋਵੇ ਨਾ ਬਦਲ ਕੇ ਫੇਰ ਬਣਾ ਲੇ। ਪਤਾ ਕੋਈ ਨਹੀਂ। ਹਾਂ,
ਕੰਗਣਾ ਰਣੌਤ ਫੈਨਸ ਸ਼ੁਰੂ ਕਰ ਲਏ। ਹਾਂ ਕੁਝ ਵੀ ਕਰ ਸਕਦੀ ਆ, KR ਫੈਨਸ ਸ਼ੁਰੂ ਕਰ ਲੂਗੀ, ਕਿਉਂਕਿ ਜਿਹਨੂੰ ਆਦਤ ਪੈ ਜਾਵੇ ਆਪਣੀ ਸਮਝ ਦਾ ਵਿਖਾਵਾ ਕਰਨ ਦੀ, ਉਹ ਕਿਵੇਂ ਹਟ ਸਕਦਾ ਪਿੱਛੇ। ਬਿਲਕੁਲ ਜੀ, ਵਕਤੀ ਤੌਰ ਦੇ ਉੱਤੇ ਇਹ ਰੱਦ ਕੀਤਾ ਤੇ ਪੱਕੇ ਤੌਰ ਦੇ ਉੱਤੇ ਹੋਣਾ ਜਾਂ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ, ਪਰ ਅੱਜ ਦੀ ਤਰੀਕ ਦੇ ਵਿੱਚ ਖਬਰ ਇਹ ਆਈ ਆ ਵੀ ਉਹਦਾ ਜਿਹੜਾ ਇਹ ਖਾਤਾ ਇਹ ਹਟਾ ਦਿੱਤਾ ਗਿਆ। ਚਲੋ ਕੋਈ ਗੱਲ ਨਹੀਂ, ਹਾਂ ਜਿਨ੍ਹਾਂ ਨੇ ਰੱਦ ਕੀਤਾ ਹੁਣ ਉਹ ਤਿਆਰੀ ਖਿੱਚ ਲੈਣ ਵੀ ਅਗਲਾ ਨਵਾਂ ਖਾਤਾ ਬਣਦੇ ਹੀ ਉਹਨਾਂ ਦੇ ਦੁਆਲੇ ਹੋਣ ਵਾਲੀ ਹੈ ਬੀਬੀ। ਜਿਹੜਾ ਰੋਕੂਗਾ ਨਾ बस ਉਹਦੇ ਬਾਰੇ ਹੋਣੀ ਆ। बिल्कुल इसको ऐसे करता है, ऐसे थोड़ी होता है, ऐसे कर ऐसे थोड़ी होता है। ਚਲੋ ਖੈਰ ਆਪਾਂ ਹੁਣ ਚੱਲੀਏ ਟਾਣਾ ਸਾਹਿਬ ਜਾਣ ਦਾ ਵੇਲਾ ਹੋ ਗਿਆ ਤੇ ਆਪਣੀ ਪ੍ਰਤੀਕਿਰਿਆ ਤੁਸੀਂ ਸਾਰੇ ਸਾਡੇ ਤੱਕ ਜ਼ਰੂਰ ਪਹੁੰਚਾਇਓ। ਦੋਵਾਂ ਅਸੀਂ ਚੱਲਦੇ ਆਂ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।